ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਮੋ ਹਿਰਦੈ ਧਿਆਮੋ ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ ਸ਼੍ਰੀ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ ਸ੍ਰੀ ਹਰਿਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਧਰੋਂ ਧਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਏਕੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਪਰੇ ਪਾਰ ਗੁਰ ਸੈਨ ਸਮੇਤਾ ਆਗੈ ਗਮਨੇ ਹੋਏ ਸੁਚੇਤਾ ਪ੍ਰਾਪਤ ਭਏ ਬਨੇਸੁਰ ਆਏ ਡੇਰਾ ਕਰਿਓ ਤੁਰੰਗ ਲਗਾਏ ਪ੍ਰਾਪਤ ਭਏ ਥਨੇਸੁਰ ਆਏ ਡੇਰਾ ਕਰਿਓ ਤੁਰੰਗ ਲਗਾਏ ਪਰੇ ਪਾਰ ਗੁਰ ਸੈਨ ਸਮੇਤਾ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਵਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪਰਤਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗੁਣ ਸਵਰੂਪ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਸਾਰਿਆਂ ਦੇ ਉੱਤੇ ਹੀ ਕਿਰਪਾ ਕਰਨ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਹਾਜ਼ਰਾ ਹਜ਼ੂਰ ਗੁਰੂ ਜਹਰਾ ਜਹੂਰ ਸਤਿਗੁਰੂ ਸਰਬ ਕਲਾ ਭਰਪੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਅੰਤਰਜਾਮੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਹੀ ਸੰਗਤਾਂ ਦੋਵੇਂ ਹੱਥ ਜੋੜ ਕੇ ਗੱਜ ਕੇ ਉਚਾਰਨ ਕਰੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸੰਗਤ ਜੀ ਆਪ ਜੀ ਬੜੇ ਹੀ ਪਿਆਰ ਨਾਲ ਸਤਿਗੁਰੂ ਜੀ ਦੇ ਹਜ਼ੂਰ ਸੱਜ ਕੇ ਬਹਾਦਰ ਹੋਏ ਹੋ।
ਹਜੂਰ ਗਰੀਬ ਨਵਾਜ ਮਹਾਰਾਜ ਗਰੀਬ ਸੱਚੇ ਪਾਤਸ਼ਾਹ ਜੀ ਦੀ ਮਿਹਰ ਕਿਰਪਾ ਹੋਈ ਹੈ। ਮੁੱਖ ਵਾਕ ਦੇ ਪਾਠ ਆਪ ਜੀ ਨੇ ਸਰਵਣ ਕੀਤੇ ਹਨ। ਕੁਝ ਸਮਾਂ ਗੁਰੂ ਘਰ ਦਾ ਪਵਿੱਤਰ ਇਤਿਹਾਸ ਆਪਾਂ ਨੇ ਸਰਵਣ ਕਰਨਾ ਹੈ। ਪਿਆਰ ਦੇ ਨਾਲ ਦੋਵੇਂ ਹੱਥ ਜੋੜ ਕੇ ਸਾਰੀਆਂ ਸੰਗਤਾਂ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗਰੀਬ ਨਵਾਜ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਬੜੇ ਹੀ ਪਿਆਰ ਨਾਲ ਸਾਰੀ ਸੰਗਤ ਕਹੋ ਜੀ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਹਜੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਕਥਾ ਆਪ ਦੀ ਸੰਗਤਾਂ ਪਿਆਰ ਦੇ ਨਾਲ ਹਰ ਰੋਜ਼ ਸਰਵਣ ਕਰਦੇ ਹੋ। ਸੰਗਤ ਜੀ, ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀਨ ਦੁਨੀਆ ਦਾ ਭਲਾ ਕਰ ਰਹੇ ਹਨ। ਮਹਾਰਾਜ ਦੀਨ ਦੁਨੀਆ ਨੂੰ ਤਾਰ ਰਹੇ ਹਨ ਜੀ। ਨਾਨਕ ਮੱਤੇ ਦੀ ਧਰਤੀ ਤੇ ਮਹਾਰਾਜ ਜੀ ਨੇ ਉੱਥੋਂ ਬੈਠੇ ਹੋਏ ਜੋਗੀਆਂ ਨੂੰ ਭਜਾਇਆ ਜੀ। ਉਹ ਆਪਣੀਆਂ ਕਰਾਮਾਤਾਂ ਵਿਖਾ ਰਹੇ ਸੀਗੇ। ਜਦੋਂ ਗੁਰੂ ਜੀ ਨੇ ਕਰਾਮਾਤ ਵਿਖਾਈ ਤੇ ਭੱਜਦਿਆਂ ਨੂੰ ਰਾਹ ਨਹੀਂ ਲੱਭਾ ਜੀ। ਗੁਰੂ ਸਾਹਿਬ ਫਿਰ ਉੱਥੇ ਰਹੇ ਕੁਝ ਦਿਨ। ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਦੂਰੋਂ ਦੂਰੋਂ ਫਿਰ ਸੰਗਤਾਂ ਉੱਥੇ ਪਹੁੰਚੀਆਂ ਜੀ। ਨਾਨਕ ਮੱਤੇ ਅਸਥਾਨ ਦੇ ਉਸੋਂ ਦੇ ਲਾਗੇ ਲਾਗੇ ਪਿੰਡਾਂ ਦੇ ਜਿਹੜੇ ਮੁਖੀ ਸਿੱਖ ਨੇ ਨਾ ਜੀ, ਸਤਿਗੁਰੂ ਜੀ ਨੇ ਉਹਨਾਂ ਨੂੰ ਕੋਲ ਬੁਲਾਇਆ ਜੀ। ਕੋਲ ਬੁਲਾ ਕੇ ਇਹ ਗੱਲ ਆਖੀ ਕਿ ਭਾਈ ਇਹ ਸਾਡੇ ਵੀ ਵੱਡੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਅਸਥਾਨ ਹੈ। ਜਿਹੜਾ ਇਸ ਅਸਥਾਨ ਦੇ ਦਰਸ਼ਨ ਕਰੇਗਾ ਉਹਦਾ ਫਲ ਇਹ ਮਿਲੇਗਾ, ਉਸ ਵਿਅਕਤੀ ਦੇ ਪੁੰਨਾਂ ਦੇ ਵਿੱਚ ਵਾਧਾ ਹੋ ਜਾਏਗਾ ਜੀ। ਉਹਦੇ ਪੁੰਨ ਵਧਣਗੇ। ਤੇ ਤੁਸੀਂ ਆਇਆ ਕਰੋ, ਕੋਈ ਵੀ ਦਿਹਾੜਾ ਹੋਵੇ ਇੱਥੇ ਆ ਕੇ ਮੇਲਾ ਕਰਿਆ ਕਰੋ। ਤੇ ਸਤਿਗੁਰੂ ਜੀ ਨੇ ਦੱਸਿਆ ਮੇਲਾ ਕਰਨਾ ਕਾਹਦਾ। ਹਜੂਰ ਮਹਾਰਾਜ ਕਹਿਣ ਲੱਗੇ ਸ਼ਬਦ ਸੁਰਤ ਦਾ ਮੇਲਾ ਕਰਨਾ। ਸ਼ਬਦ ਸੁਰਤ ਦਾ ਸ਼ਬਦ ਪੜ੍ਹਿਆ ਕਰਨੇ ਆ। ਬਾਣੀ ਨੂੰ ਪੜ੍ਹ ਕੇ ਬਾਣੀ ਨੂੰ ਵਿਚਾਰਿਆ ਕਰੋ। ਇਹ ਕਹਿ ਕੇ ਸੱਚੇ ਪਾਤਸ਼ਾਹ ਜੀ ਨੇ ਉੱਥੋਂ ਦਾ ਮੁਖੀ ਜਿਹੜਾ ਸੇਵਾਦਾਰ ਸੀਗਾ ਭਾਈ ਅਲਮਸਤ ਜੀ ਨੂੰ ਬਣਾ ਦਿੱਤਾ ਜੀ। ਆਪ ਸੱਚੇ ਪਾਤਸ਼ਾਹ ਫਿਰ ਮੁੜ ਪੰਜਾਬ ਵੱਲ ਨੂੰ ਆ ਰਹੇ ਹਨ ਜੀ। ਰਸਤੇ ਵਿੱਚ ਗੰਗਾ ਜੀ ਆਈ ਹੈ ਨਦੀ। ਮਹਾਰਾਜ ਜੀ ਨੇ ਉੱਥੇ ਇਸ਼ਨਾਨ ਕੀਤਾ ਹੈ ਜੀ। ਥਕਾਵਟ ਉਤਾਰੀ। ਬਹੁਤ ਸਾਰੇ ਬ੍ਰਾਹਮਣ ਆਏ, ਰੱਜ ਰੱਜ ਕੇ ਉਹਨਾਂ ਨੇ ਦਾਨ ਮੰਗਿਆ ਤੇ ਗੁਰੂ ਜੀ ਨੇ ਰੱਜ ਰੱਜ ਕੇ ਉਹਨਾਂ ਨੂੰ ਦਿੱਤਾ ਜੀ। ਭਾਈ ਸੰਤੋਖ ਸਿੰਘ ਜੀ ਲਿਖਦੇ ਆ, ਇੱਕ ਵਾਰੀ ਜਿਹਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦਾਨ ਦੇ ਦਿੱਤਾ ਉਹਨੂੰ ਮੁੜ ਮੰਗਣ ਦੀ ਲੋੜ ਹੀ ਨਹੀਂ ਰਹੀ। ਕਹਿਣ ਲੱਗੇ ਉਹਦੀ ਗਰੀਬੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੂਰ ਕਰ ਦਿੱਤੀ। ਗੱਜ ਕੇ ਆਖੋ ਵਾਹਿਗੁਰੂ। ਉਹਦੀ ਗਰੀਬੀ ਮਹਾਰਾਜ ਜੀ ਨੇ ਦੂਰ ਕਰ ਦਿੱਤੀ, ਨਿਹਾਲ ਕਰ ਦਿੱਤਾ। ਫਿਰ ਮਹਾਰਾਜ ਅੱਗੇ ਵਧੇ। ਜਮਨਾ ਆਈ। ਜਮਨਾ ਤੇ ਵੀ ਮਹਾਰਾਜ ਨੇ ਉਹਨੂੰ ਵੀ ਚਰਨ ਪਾ ਕੇ ਪਵਿੱਤਰ ਕੀਤਾ। ਬ੍ਰਾਹਮਣਾਂ ਨੇ ਦਾਨ ਮੰਗਿਆ, ਮਹਾਰਾਜ ਨੇ ਦਾਨ ਦਿੱਤਾ ਜੀ। ਉਹਦੇ ਤੋਂ ਅੱਗੇ ਹੁਣ ਮਹਾਰਾਜ ਥਨੇਸਰ ਪਹੁੰਚੇ ਹੈ। ਉਹ ਹੁਣ ਕਥਾ ਆਰੰਭ ਹੋ ਰਹੀ ਹੈ। ਆਖੋ ਸਾਰੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ 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 ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਪਰੇ ਪਾਰ ਗੁਰ ਸੈਨ ਸਮੇਤਾ। ਜਮਨਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੈਨਾ ਦੇ ਸਮੇਤ ਫੌਜਾਂ ਦੇ ਸਮੇਤ ਪਾਰ ਕੀਤੀ। ਆਗੇ ਗਮਨੇ ਹੋਏ ਸੁਚੇਤਾ। ਸੁਚੇਤ ਹੋ ਕੇ ਸਾਵਧਾਨ ਹੋ ਕੇ ਸੱਚੇ ਪਾਤਸ਼ਾਹ ਮਹਾਰਾਜ ਜਮਨਾ ਤੋਂ ਅੱਗੇ ਵਧੇ ਹਨ ਜੀ। ਹਾਂਜੀ। ਪ੍ਰਾਪਤ ਭਏ ਥਨੇਸੁਰ ਆਏ। ਤੇ ਜਿੱਥੇ ਥਨੇਸਰ ਹੈ ਜੀ, ਥਨੇਸਰ ਉਸ ਸਮੇਂ ਹਿੰਦੂ ਧਰਮ ਦਾ ਬੜਾ ਵੱਡਾ ਤੀਰਥ ਸੀਗਾ ਜੀ ਉੱਥੇ ਜੀ। ਹਾਂਜੀ। ਥਨੇਸਰ ਸੱਚੇ ਪਾਤਸ਼ਾਹ ਮਹਾਰਾਜ ਪਹੁੰਚੇ ਹਨ ਜੀ। ਹਰਿਆਣੇ ਦੇ ਵਿੱਚ ਹੈ ਜੀ। ਹਾਂਜੀ। ਡੇਰਾ ਕਰਿਓ ਤੁਰੰਗ ਲਗਾਏ। ਹਜੂਰ ਮਹਾਰਾਜ ਨੇ ਕਿਉਂ ਆਰਾਮ ਵੀ ਕਰਨਾ ਸੀਗਾ ਤੇ ਮਹਾਰਾਜ ਜੀ ਨੇ ਫਿਰ ਉੱਥੇ ਘੋੜਾ ਲਾਇਆ ਤੇ ਉੱਥੇ ਹੀ ਆਰਾਮ ਕਰਨ ਦਾ ਫੁਰਨਾ ਬਣਾਇਆ ਜੀ।
ਹਾਂਜੀ, ਵੱਡੇ ਤਾਲ ਮਹਿ ਕੀਨ ਇਸ਼ਨਾਨਾ। ਬਹੁਤ ਵੱਡਾ ਉੱਥੇ ਸਰੋਵਰ ਸੀਗਾ, ਇਸ਼ਨਾਨ ਦੀ ਵੀ ਜ਼ਰੂਰਤ ਸੀਗੀ। ਮਹਾਰਾਜ ਜੀ ਨੇ ਉਸ ਸਰੋਵਰ ਵਿੱਚੋਂ ਇਸ਼ਨਾਨ ਕੀਤਾ। ਪੁੰਨ ਗਮਨੇ ਗੁਰ ਨਾਨਕ ਥਾਨਾ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਤੇ ਸੰਗਤ ਜੀ, ਥਨੇਸਰ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਵੀ ਅਸਥਾਨ ਹੈਗਾ ਹੈ ਜੀ। ਜਦੋਂ ਕਿਤੇ ਜਾਈਏ ਹਰਿਆਣੇ ਥਨੇਸਰ ਵਾਲੇ ਪਾਸੇ, ਉੱਥੇ ਸਤਿਗੁਰੂ ਜੀ ਦਾ ਅਸਥਾਨ ਆਉਂਦਾ ਹੈ ਜੀ। ਕੁਰਕਸ਼ੇਤਰ ਵੀ ਅਸਥਾਨ ਬਣੇ ਹੋਏ ਸੱਚੇ ਪਾਤਸ਼ਾਹ ਜੀ ਦੇ ਜੀ। ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਵੀ ਅਸਥਾਨ ਹੈ, ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਵੀ ਅਸਥਾਨ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵੀ ਅਸਥਾਨ ਹੈ, 9ਵੇਂ ਪਾਤਸ਼ਾਹ ਤੇ 10ਵੇਂ ਪਾਤਸ਼ਾਹ ਜੀ ਦਾ ਵੀ ਅਸਥਾਨ ਹੈ ਕੁਰਕਸ਼ੇਤਰ ਜੀ। ਸੋ ਬੜੇ ਬੜੇ ਅਸਥਾਨਾਂ ਤੇ ਮਹਾਰਾਜ ਨੇ ਉਦੋਂ ਚਰਨ ਪਾਏ ਆ। ਹਜੂਰ ਮਹਾਰਾਜ ਸੱਚੇ ਪਾਤਸ਼ਾਹ ਫਿਰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਜਿਹੜਾ ਅਸਥਾਨ ਹੈ ਥਨੇਸਰ ਜੀ, ਮਹਾਰਾਜ ਜੀ ਉੱਥੇ ਗਏ ਜੀ। ਹਾਂਜੀ, ਦਰਸ਼ਨ ਕਰਿਓ ਪ੍ਰਸਾਦ ਵਰਤਾਇਓ। ਸਮੇਤ ਫੌਜਾਂ ਦੇ ਮਹਾਰਾਜ ਜੀ ਨੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਅਸਥਾਨ ਦੇ ਦਰਸ਼ਨ ਕੀਤੇ, ਕੜਾ ਪ੍ਰਸਾਦ ਵਰਤਾਇਆ। ਹਰਖਤ ਸਭ ਸਿੱਖਨ ਲੇਖਾਇਓ। ਤੇ ਗੁਰੂ ਕੇ ਸਿੱਖਾਂ ਨੇ ਬਹੁਤ ਪ੍ਰੇਮ ਨਾਲ ਕੜਾ ਪ੍ਰਸਾਦ ਛਕਿਆ ਜੀ। ਹਾਂਜੀ, ਦਾਸਨ ਬੁਝਿਓ ਥਾਨ ਪ੍ਰਸੰਗ। ਹਾਂਜੀ, ਗੁਰੂ ਸੁਨਾਇਓ ਸਭ ਕੇ ਸੰਗ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਸੇਵਕ ਜਿਹੜੇ ਮਹਾਰਾਜ ਜੀ ਦੇ ਨਾਲ ਸੀ ਨਾ ਜੀ ਸਿੱਖ, ਉਹ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪੁੱਛਣ ਲੱਗੇ, ਕਹਿੰਦੇ ਸੱਚੇ ਪਾਤਸ਼ਾਹ ਇਸ ਜਗ੍ਹਾ ਦਾ ਕੀ ਇਤਿਹਾਸ ਹੈਗਾ ਜੀ? ਆਪ ਜੀ ਇੱਥੇ ਆਏ ਹੋ, ਨਮਸਕਾਰ ਕੀਤੀ ਹੈ, ਕੜਾ ਪ੍ਰਸਾਦ ਵਰਤਾਇਆ। ਹਾਂਜੀ, ਸੂਰਜ ਪਰਬ ਇਹਾਂ ਗੁਰ ਆਏ। ਤੇ ਗੁਰੂ ਹਰਗੋਬਿੰਦ ਸਾਹਿਬ ਆਪ ਕਿਰਪਾ ਕਰੋ ਤੇ ਦੱਸੋ। ਤੇ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੱਸਿਆ, ਭਾਈ ਪਿਆਰਿਓ, ਸੂਰਜ ਗ੍ਰਹਿਣ ਵਾਲਾ ਦਿਨ ਸੀਗਾ, ਇੱਥੇ ਬੜਾ ਵੱਡਾ ਮੇਲਾ ਲੱਗਾ ਸੀਗਾ। ਉਸ ਦਿਨ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਇੱਥੇ ਆਏ ਸਨ, ਕਹਿਣ ਲੱਗੇ। ਹਾਂਜੀ, ਸੰਨਿਆਸੀ ਦਿਜ ਮਿਲ ਸਮੁਦਾਏ। ਤੇ ਬਹੁਤ ਸਾਰੇ ਸੰਨਿਆਸੀ ਤੇ ਬ੍ਰਾਹਮਣ ਇਕੱਠੇ ਹੋ ਕੇ ਸੱਚੇ ਪਾਤਸ਼ਾਹ ਜੀ ਨੂੰ ਮਿਲਣ ਵਾਸਤੇ ਇਸ ਜਗ੍ਹਾ ਆਏ ਸਨ, ਕਹਿਣ ਲੱਗੇ। ਮਨ ਮਲੀਨ ਸਭ ਕੇ ਗੁਰ ਜਾਣੇ। ਹੁਣ ਬਣੇ ਤੇ ਸੰਨਿਆਸੀ ਸੀਗੇ, ਬਣੇ ਤੇ ਬ੍ਰਹਮਚਾਰੀ ਸੀਗੇ, ਪਰ ਮਨ ਮੈਲੇ ਸੀਗੇ ਉਹਨਾਂ ਦੇ ਜੀ। ਤੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ, ਪਿਆਰਿਓ, ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਜਾਣ ਲਿਆ ਵੀ ਉੱਤੋਂ ਉੱਤੋਂ ਹੀ ਸੰਨਿਆਸੀ ਹੈਗੇ, ਮਨ ਮੈਲੇ ਨੇ ਇਹਨਾਂ ਦੇ ਜੀ, ਮਨਾਂ 'ਚ ਮੈਲ ਹੈਗੀ ਹੈ। ਸੱਚੇ ਪਾਤਸ਼ਾਹ ਜੀ ਨੇ ਇਹ ਗੱਲ ਜਾਣੀ। ਹਾਂਜੀ, ਵਹਿਰ ਬੇਖ ਕੂਰੇ ਤਨ ਠਾਨੇ। ਬਾਹਰੋਂ ਤੇ ਭੇਖ ਬੜਾ ਵਧੀਆ ਪਾਇਆ, ਪਰ ਅੰਦਰੋਂ ਝੂਠੇ ਨੇ, ਅੰਦਰੋਂ ਝੂਠੇ ਪੈਜ ਬਾਹਰ, ਦੁਨੀਆ ਅੰਦਰ ਫੈਲ। 860 ਤੀਰਥ ਜੇ ਨਹਾਵੈ ਉਤਰੈ ਨਾਹੀ ਮੈਲ। ਮਹਾਰਾਜ ਜੀ ਨੇ ਵੇਖਿਆ ਵੀ ਬਾਹਰੋਂ ਤੇ ਬੜੇ ਬੜੇ ਵਧੀਆ ਕੱਪੜੇ। ਹੁਣ ਅਸੀਂ ਉਹ ਬ੍ਰਾਹਮਣਾਂ ਤੇ ਨਾ ਗੱਲ ਲਾਈਏ, ਗੱਲ ਇੱਧਰ ਵੀ ਟੁੱਕਦੀ ਹੈ ਜੀ, ਗੱਲ ਸਾਡੇ ਅੰਦਰ, ਸਾਡੇ ਲਈ ਵੀ ਟੁੱਕਦੀ ਹੈ ਜੀ। ਉਹ ਹਾਂਜੀ, ਮਹਾਰਾਜ ਨੇ ਕਿਹਾ ਵੀ ਕੱਪੜੇ ਤੇ ਬੜੇ ਸੋਹਣੇ ਪਾਏ, ਹੈ ਮੈਲੇ ਅੰਦਰੋਂ ਮਨ ਦੇ। ਹਾਂਜੀ, ਘਰ ਚਰਚਾ ਸਭ ਕੋ ਮਗ ਪਾਇਓ। ਤੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ, ਪਿਆਰਿਓ, ਇੱਥੇ ਫਿਰ ਥਾਨੇਸਰ ਦੀ ਧਰਤੀ ਤੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਬ੍ਰਾਹਮਣਾਂ ਨੂੰ ਉਪਦੇਸ਼ ਦਿੱਤਾ, ਮਿਹਰ ਕੀਤੀ ਉਹਨਾਂ ਤੇ, ਉਹਨਾਂ ਨੂੰ ਚੰਗੇ ਰਸਤੇ ਪਾਇਆ ਜੀ, ਚੰਗੇ ਰਸਤੇ ਪਾਇਆ। ਹਾਂਜੀ, ਗੁਰ ਸਿੱਖੀ ਜਗ ਮਹਿ ਬਿਦਤਾਇਓ। ਤੇ ਬਹੁਤ ਸਾਰੇ ਬ੍ਰਾਹਮਣ ਉਸੇ ਵੇਲੇ ਗੁਰੂ ਜੀ ਦੇ ਸਿੱਖ ਬਣ ਗਏ ਸੀ, ਕਹਿਣ ਲੱਗੇ। ਮਹਾਰਾਜ ਜੀ ਨੇ ਸਿੱਖੀ ਪ੍ਰਗਟ ਕੀਤੀ ਇੱਥੇ। ਹਾਂਜੀ, ਇਕੱਠੇ ਭਏ ਬਿਦੁਖਨ ਬਿਲੋਕ। ਸ਼੍ਰੀ ਨਾਨਕ ਤਬ ਕੀਨ ਸ਼ਲੋਕ। ਆਖੋ ਵਾਹਿਗੁਰੂ। ਵਾਹਿਗੁਰੂ। ਸਾਰੇ ਬ੍ਰਾਹਮਣ ਇੱਥੇ ਇਕੱਠੇ ਸਨ ਤੇ ਮਹਾਰਾਜ ਜੀ ਨੇ ਜਦੋਂ ਦੇਖਿਆ ਤੇ ਇੱਥੇ ਥਨੇਸਰ ਦੀ ਧਰਤੀ ਤੇ ਬਾਣੀ ਵੀ ਉਚਾਰੀ ਸੀ ਮਹਾਰਾਜ ਨੇ ਜੀ। ਹੁਣ ਸੰਗਤ ਜੀ, ਇਹ ਗੱਲ ਤੇ ਗੁਰੂ ਹਰਗੋਬਿੰਦ ਸਾਹਿਬ ਜਾਣ ਸਕਦੇ, ਕਿਉਂ? ਸਰੀਰ ਹੀ ਬਦਲਿਆ ਗੁਰੂ ਨਾਨਕ ਸਾਹਿਬ ਆਪ ਹੀ ਨੇ ਜੀ। ਗੁਰੂ ਹਰਗੋਬਿੰਦ ਸਾਹਿਬ ਸਰੀਰ ਹੀ ਬਦਲਿਆ ਨਾ ਜੀ। ਹਾਂਜੀ, ਕਰਹਿ ਤਰਕ ਨਾ ਜੋ ਪਿਖ ਮਾਸ।
ਤਿਨ ਪਰ ਕੀਨੇ ਬਾਕ ਬਿਲਾਸ। ਜਿਹੜੇ ਲੋਕ ਮਾਸ ਖਾਣਾ ਤੇ ਨਹੀਂ ਖਾਣਾ, ਇਸ ਗੱਲ ਉੱਤੇ ਬੜੀ ਚਰਚਾ ਕਰਦੇ ਆ ਜੀ। ਅੱਜ ਸਿੱਖੀ ਵਿੱਚ ਵੀ ਬੜਾ ਵੱਡਾ ਵਿਸ਼ਾ ਜੀ ਹੈ ਜੀ। ਇੱਕ ਉਹ ਲੋਕ ਨੇ ਜਿਹੜੇ ਕਹਿੰਦੇ ਮਾਸ ਖਾਣਾ, ਤੇ ਇੱਕ ਰਸ ਉਹ ਪ੍ਰਮਾਣ ਦਿੰਦੇ, ਦਲੀਲਾਂ ਦਿੰਦੇ ਜੀ। ਇੱਕ ਉਹ ਲੋਕ ਨੇ ਜਿਹੜੇ ਕਹਿੰਦੇ ਨਹੀਂ ਖਾਣਾ ਜੀ, ਹਾਂਜੀ, ਉਹ ਵੀ ਇੱਕ ਰਸ ਦਲੀਲਾਂ ਦਿੰਦੇ ਨੇ ਜੀ। ਤੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ, ਫਿਰ ਇੱਥੇ ਮਹਾਰਾਜ ਨੇ ਸ਼ਬਦ ਸ਼ਲੋਕ ਉਚਾਰਿਆ, ਮਾਸ ਮਾਸ ਕਰ ਮੂਰਖ ਝਗੜੇ। ਹਾਂਜੀ, ਗਿਆਨ ਧਿਆਨ ਨਹੀਂ ਜਾਣਾ। ਹਾਂਜੀ, ਸ਼੍ਰੀ ਗੁਰ ਹਰਗੋਬਿੰਦ ਮੁਕਾਮੂ, ਹਾਂਜੀ। ਕਿਤਕ ਦਇਓਸ ਕੀਨਸ ਬਿਸਰਾਮੂ। ਤੇ ਕੁਝ ਦਿਨ ਫਿਰ ਸੱਚੇ ਪਾਤਸ਼ਾਹ ਮਹਾਰਾਜ ਉੱਥੇ ਹੀ ਰਹੇ ਜੀ। ਥਨੇਸਰ ਦੀ ਧਰਤੀ ਤੇ ਰਹੇ। ਹਰਿਆਣੇ 'ਚ ਵੀ ਬੜੇ ਬੜੇ ਅਸਥਾਨ ਨੇ ਸਤਿਗੁਰੂ ਜੀ ਦੇ ਜੀ। ਇਹ ਹੈ ਸਾਰਾ ਪਹਿਲਾਂ ਪੰਜਾਬ ਹੀ ਸੀਗਾ ਜੀ ਇਹ। ਹਾਂਜੀ, ਸਭ ਤੀਰਥ ਕੋ ਕਰੇ ਇਸ਼ਨਾਨ, ਪੁੰਨ ਤਹ ਤੇ ਚਾਹਿਓ ਪ੍ਰਸਥਾਨ। ਉੱਥੇ ਫਿਰ ਜਿੰਨੇ ਲਾਗੇ ਲਾਗੇ ਤੀਰਥ ਨੇ, ਮਹਾਰਾਜ ਗੁਰੂ ਨਾਨਕ ਸਾਹਿਬ ਜੀ ਵਿਚਰੇ ਸਤਿਗੁਰੂ ਜੀ ਦੇ ਅਸਥਾਨ ਨੇ, ਮਹਾਰਾਜ ਜੀ ਨੇ ਫਿਰ ਸਾਰੇ ਦੇਖੇ ਜੀ। ਉੱਥੋਂ ਫਿਰ ਅੱਗੇ ਚੱਲਣ ਦਾ ਸਤਿਗੁਰੂ ਜੀ ਨੇ ਫੁਰਨਾ ਬਣਾਇਆ। ਸਨੈ ਸਨੈ ਗਮਨੇ ਮਗ ਮਾਹੀ। ਹੌਲੀ ਹੌਲੀ ਸੱਚੇ ਪਾਤਸ਼ਾਹ ਮਹਾਰਾਜ ਰਸਤਾ ਤੈਅ ਕਰ ਰਹੇ ਨੇ। ਮਿਲਹਿ ਸਿੱਖ ਸੁਨ ਆਵਤ ਪਾਹੀ। ਜਿਹੜੇ ਜਿਹੜੇ ਸਿੱਖ ਨੂੰ ਪਤਾ ਲੱਗਦਾ ਵੀ ਗੁਰੂ ਹਰਗੋਬਿੰਦ ਸਾਹਿਬ ਆਏ ਹਨ, ਉਹ ਫਿਰ ਆਪਣੇ ਵੱਡੇ ਭਾਗ ਜਾਣ ਕੇ ਸਤਿਗੁਰੂ ਜੀ ਨੂੰ ਮਿਲਦਾ ਹੈ ਜੀ। ਆਖੋ ਸਾਰੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਹੋਰ ਪਿਆਰ ਨਾਲ ਗੱਜ ਕੇ ਕਹੋ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸਿੱਖ ਬੜੇ ਪਿਆਰ ਨਾਲ ਸਤਿਗੁਰੂ ਜੀ ਨੂੰ ਮਿਲਦੇ ਹਨ। ਪੰਥ ਬਿਖੈ ਕੇਤਿਕ ਮਿਲ ਕਰੈ, ਹਾਂਜੀ। ਦੌਰ ਦੌਰ ਪਦ ਪਰ ਸਿਰ ਧਰੈ। ਤੇ ਜਦੋਂ ਪਤਾ ਲੱਗ ਜਾਂਦਾ ਵੀ ਮਹਾਰਾਜ ਰਾਹ ਚੋਂ ਲੰਘ ਰਹੇ ਆ, ਤੇ ਗੁਰੂ ਦੇ ਸਿੱਖ ਦੌੜ ਕੇ ਆਉਂਦੇ ਤੇ ਆਪਣੇ ਸਤਿਗੁਰੂ ਜੀ ਦੇ ਚਰਨਾਂ ਤੇ ਸਿਰ ਹੀ ਰੱਖ ਦਿੰਦੇ ਨੇ ਜੀ। ਹਾਂਜੀ, ਸ਼ਰਧਾ ਨਾ ਜੀ, ਭਾਵਨਾ, ਪਿਆਰ ਹੈ। ਤੇ ਫਿਰ ਜਦੋਂ ਸਾਨੂੰ ਪਤਾ ਲੱਗੇ ਵੀ ਨਗਰ ਕੀਰਤਨ ਆਇਆ, ਗੁਰੂ ਕੇ ਸਿੱਖ ਫਿਰ ਸਾਰੇ ਕੰਮ ਛੱਡ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਜਾਂਦੇ ਨੇ ਜੀ। ਤੇ ਉਦੋਂ ਤੇ ਮਹਾਰਾਜ ਆਪ ਹੀ ਜਾ ਰਹੇ ਸੀਗੇ ਜੀ। ਹਾਂਜੀ, ਡੇਰਾ ਹੋਤ ਅਨਿਕ ਚਲ ਆਵੇ, ਹਾਂਜੀ। ਅਰਪ ਅਕੋਰਨ ਸੀਸ ਨਿਵਾਵੇ। ਤੇ ਜਿੱਥੇ ਮਹਾਰਾਜ ਰਸਤੇ 'ਚ ਰੁਕਦੇ, ਉੱਥੇ ਹੀ ਫਿਰ ਬਹੁਤ ਸੰਗਤਾਂ ਆਉਂਦੀਆਂ, ਬੜੇ ਪਦਾਰਥ ਸੱਚੇ ਪਾਤਸ਼ਾਹ ਜੀ ਨੂੰ ਚੜ੍ਹਦੇ। ਸੰਗਤ ਜੀ, ਗੁਰੂ ਸਾਹਿਬ ਤੇ ਬੜੇ ਵੱਡੇ ਆ। ਬਾਣੀ ਪੜ੍ਹ ਕੇ ਵੇਖ ਲਓ, ਬਾਣੀ ਦਾ ਹੀ ਬੜਾ ਵੱਡਾ ਪ੍ਰਤਾਪ ਹੈ। ਤੁਸੀਂ ਜਿੱਥੇ ਜਾਓਗੇ ਲੋਕ ਮਾਇਆ ਲੈ ਕੇ ਅੱਗੇ ਖਲੋਤੇ ਹੋਣਗੇ ਜੀ। ਪੜ੍ਹੇ ਬੰਦਾ ਮਰਿਆਦਾ ਨਾਲ ਜੀ। ਹਾਂਜੀ, ਇਹ ਨਹੀਂ ਵੀ ਦੁਬੜੂ ਘਸੜੂ ਜੋ ਮੂੰਹ 'ਚ ਆਉਂਦਾ ਬੋਲੀ ਜਾਵੇ, ਨਹੀਂ, ਮਰਿਆਦਾ ਨਾਲ ਪੜ੍ਹੇ ਜੀ। ਸਤਿਗੁਰੂ ਜੀ ਤੇ ਮਾਲਕ ਨੇ ਨਾ ਜੀ, ਗੁਰੂ ਜੀ ਤੇ ਆਪ ਪਰਮੇਸ਼ਰ ਨੇ ਜੀ। ਜਿੱਥੇ ਮਹਾਰਾਜ ਮੁਕਾਮ ਕਰਦੇ ਰਾਤ ਰਹਿਣ ਵਾਸਤੇ, ਉੱਥੇ ਹੀ ਮਾਇਆ ਦੇ ਢੇਰ ਲੱਗ ਜਾਂਦੇ ਜੀ। ਹਾਂਜੀ, ਇਸ ਬਿਧ ਦਿਨ ਪ੍ਰਤ ਭੀਰ ਪਰਤ ਹੈ। ਇਸ ਤਰੀਕੇ ਨਾਲ ਦਿਨੋਂ ਦਿਨ ਜਿੱਧਰ ਮਹਾਰਾਜ ਜਾਂਦੇ ਉਧਰ ਹੀ ਭੀੜਾਂ ਲੱਗ ਜਾਂਦੀਆਂ ਜੀ, ਉਧਰ ਹੀ ਰੌਣਕਾਂ ਲੱਗ ਜਾਂਦੀਆਂ ਜੀ। ਮੇਲਾ ਵੱਡ ਗੁਰ ਨਿਕਟ ਕਰਤ ਹੈ। ਸੱਚੇ ਪਾਤਸ਼ਾਹ ਜੀ ਦੇ ਲਾਗੇ ਬੜਾ ਵੱਡਾ ਮੇਲਾ ਲੱਗ ਜਾਂਦਾ ਸੀਗਾ। ਮਹਾਰਾਜ ਲੰਘਦੇ ਸਨ, ਪਤਾ ਹੀ ਨਹੀਂ ਦੁਨੀਆ ਕਿੱਥੋਂ ਆ ਜਾਂਦੀ ਸੀਗੀ ਜੀ। ਲਾਈਨਾਂ 'ਚ ਲੱਗ ਲੱਗ ਕੇ ਲੋਕ ਮੱਥਾ ਟੇਕਦੇ ਸੀਗੇ ਜੀ। ਮਹਾਰਾਜ ਜੀ ਦੇ ਚਰਨਾਂ ਦੀ ਧੂੜ ਲੈਂਦੇ ਹੁੰਦੇ ਸੀਗੇ ਜੀ। ਅੱਛਾ, ਹੁਣ ਵੇਖ ਲਓ, ਇੱਕ ਥਾਂ ਮਹਾਰਾਜ ਰਾਤ ਰੁਕੇ ਜੀ, ਕਿੰਨੇ ਲੋਕਾਂ ਨੇ ਦਰਸ਼ਨ ਕੀਤੇ ਜੀ। ਹਾਂਜੀ, ਤੇ ਬਹੁਤ ਸਾਰਿਆਂ ਨੇ ਬਹੁਤ ਕੁਝ ਮੰਗਿਆ ਜੀ, ਤੇ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਬਹੁਤ ਕੁਝ ਦਿੱਤਾ ਜੀ। ਕਈਆਂ ਨਾਲ ਕਰਾਮਾਤਾਂ ਵੀ ਵਰਤੀਆਂ ਜੀ। ਹਾਂਜੀ, ਸਾਰਾ ਕੁਝ ਤਾਂ ਨਹੀਂ ਨਾ ਭਾਈ ਸੰਤੋਖ ਸਿੰਘ ਜੀ ਲਿਖ ਸਕੇ ਜੀ, ਪਰ ਗੁਰੂ ਜੀ ਦੀ ਹਜ਼ੂਰੀ 'ਚ ਬਹੁਤ ਕੁਝ ਵਰਤਦਾ ਜੀ, ਬਹੁਤ ਕੁਝ ਵਰਤਦਾ। ਹਾਂਜੀ, ਸਨੈ ਸਨੈ ਸਭ ਉਲੰਘਤ ਗਏ। ਹੌਲੀ ਹੌਲੀ ਸੱਚੇ ਪਾਤਸ਼ਾਹ ਸਾਰਾ ਰਸਤਾ ਜਿਹੜਾ ਉਹ ਤੈਅ ਕਰ ਆਏ ਜੀ। ਨਿਕਟ ਡਰੌਲੀ ਪਹੁੰਚਤ ਭਏ। ਤੇ ਆਉਣਾ ਕਿੱਥੇ ਸੀ ਮਹਾਰਾਜ ਨੇ? ਭਾਈ ਕੀ ਡਰੌਲੀ। ਆਖੋ ਵਾਹਿਗੁਰੂ। ਵਾਹਿਗੁਰੂ। ਕਿਉਂ ਆਉਣਾ ਸੀਗਾ ਭਲਾ?
ਸਾਈਂ ਦਾਸ ਜੀ ਦਰਸ਼ਨਾਂ ਨੂੰ ਉਡੀਕ ਰਹੇ ਸਨ ਜੀ। ਨਵਾਂ ਘਰ ਬਣਾਇਆ ਤੇ ਘਰ ਦੇ ਬਾਹਰ ਬੈਠੇ ਸੀਗੇ ਜੀ। ਚਲੋ ਮਾਤਾ ਗੰਗਾ ਜੀ, ਮਾਤਾ ਦਮੋਦਰੀ ਜੀ ਤੇ ਮਾਤਾ ਨਾਨਕੀ ਜੀ ਪਹਿਲਾਂ ਜਾ ਕੇ ਪਹੁੰਚ ਗਏ ਉੱਥੇ, ਤੇ ਸਾਈਂ ਦਾਸ ਜੀ ਨੂੰ ਤਰਵਾਸਾ ਹੋ ਗਿਆ ਜੀ। ਪਰ ਮਹਾਰਾਜ ਨੇ ਕਿਹਾ ਸੀਗਾ ਕਿ ਨਾਨਕ ਮੱਤੇ ਵਾਲਾ ਕਾਰਜ ਰਾਸ ਕਰਕੇ ਅਸੀਂ ਡਰੌਲੀ ਆਵਾਂਗੇ। ਸੋ ਮਹਾਰਾਜ ਡਰੌਲੀ ਨੂੰ ਆ ਰਹੇ ਨੇ। ਹਾਂਜੀ। ਪਰਖਤ ਸਗੁਨ ਸਕਲ ਪਰਿਵਾਰ, ਹਾਂਜੀ। ਕਰਤ ਪ੍ਰਤੀਖਨ ਪ੍ਰੇਮ ਉਦਾਰ। ਤੇ ਫਿਰ ਸਾਰਾ ਹੀ ਪਰਿਵਾਰ ਗੁਰੂ ਜੀ ਨੂੰ ਉਡੀਕ ਰਿਹਾ ਜੀ। ਤੇ ਬਾਬਾ ਸਾਈਂ ਦਾਸ ਜੀ ਤਾਂ ਬਹੁਤੇ ਹੀ ਪ੍ਰੇਮ ਨਾਲ ਮਹਾਰਾਜ ਨੂੰ ਉਡੀਕ ਰਹੇ ਤੇ ਅਰਦਾਸਾਂ ਕਰਦੇ ਆ। ਮਿਲ ਮੇਰੇ ਪ੍ਰੀਤਮ ਪਿਆਰਿਆ, ਮਿਲ ਮੇਰੇ ਪ੍ਰੀਤਮ ਪਿਆਰਿਆ, ਮਿਲ ਮੇਰੇ ਮਿਲ ਮੇਰੇ ਪ੍ਰੀਤਮ ਪਿਆਰਿਆ, ਮਿਲ ਮੇਰੇ ਪ੍ਰੀਤਮ ਪਿਆਰਿਆ। ਬਾਬਾ ਜੀ ਅਰਦਾਸਾਂ ਕਰਦੇ ਹੁੰਦੇ ਸੀਗੇ। ਸੋ ਬਾਬਾ ਜੀ, ਬਾਬਾ ਸਾਈਂ ਦਾਸ ਜੀ ਨੂੰ ਦਰਸ਼ਨ ਦੇਣ ਵਾਸਤੇ ਸੱਚੇ ਪਾਤਸ਼ਾਹ ਸਿੱਧੇ ਡਰੌਲੀ ਨੂੰ ਜਾ ਰਹੇ ਨੇ ਜੀ। ਹਾਂਜੀ। ਬੋਲਤ ਕਾਕ ਉਡਾਵਨ ਕਰੈ, ਹਾਂਜੀ। ਗੁਰ ਆਵੈ ਇਮ ਬਾਕ ਉਚਰੈ। ਗੱਜ ਕੇ ਆਖੋ ਵਾਹਿਗੁਰੂ। ਤੇ ਸਾਧ ਸੰਗਤ ਜੀ, ਭਾਈ ਕੀ ਡਰੌਲੀ ਜਦੋਂ ਕਾਂ ਬੋਲਣ ਨਾ ਜੀ, ਹਾਂਜੀ, ਤੇ ਬਾਬਾ ਸਾਈਂ ਦਾਸ ਜੀ ਕਹਿਣ ਕਾਵਾਂ, ਕਾਂ ਨੂੰ ਕਹਿਣ ਜਾ ਕਾਂ ਸੰਦੇਸ਼ਾ ਲੈ ਕੇ ਆ, ਗੁਰੂ ਜੀ ਕਦੋਂ ਆਉਣਗੇ। ਪਿਆਰ ਹੈ ਨਾ ਜੀ, ਪਿਆਰ। ਮਹਾਰਾਜ ਕਦੋਂ ਆਉਣਗੇ ਸੱਚੇ ਪਾਤਸ਼ਾਹ। ਗੰਗਾ ਹਿਰਦੇ ਸਨੇਹ ਅਸ਼ੇ। ਮਾਤਾ ਜੀ, ਮਾਤਾ ਗੰਗਾ ਜੀ, ਜਿਨ੍ਹਾਂ ਦੇ ਮਨ 'ਚ ਸਤਿਗੁਰੂ ਜੀ ਨਾਲ ਬਹੁਤ ਹੀ ਪ੍ਰੇਮ ਹੈ, ਉਹ ਵੀ ਮਹਾਰਾਜ ਨੂੰ ਉਡੀਕ ਰਹੇ ਨੇ ਜੀ। ਹਾਂਜੀ। ਸੁਤ ਦਰਸ਼ਨ ਕੋ ਬਾਂਸ਼ਤ ਗ੍ਰਹਿ। ਮਾਤਾ ਜੀ ਵੀ ਆਪਣੇ ਪੁੱਤਰ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਮਹਾਰਾਜ ਜੀ ਦੇ ਦਰਸ਼ਨ ਕਰਨਾ ਚਾਹੁੰਦੇ ਹਨ ਜੀ। ਹਾਂਜੀ। ਦੋਹਰਾ ਗੁਰ ਕਰਨੀ ਦਾ ਮੋਦਰੀ, ਦੁਤੀਏ ਨਾਨਕੀ ਜਾਨ। ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮਹਿਲ, ਸਾਡੇ ਸਤਿਕਾਰਯੋਗ ਮਾਤਾ ਜੀ, ਧੰਨ ਮਾਤਾ ਦਮੋਦਰੀ ਜੀ ਤੇ ਧੰਨ ਮਾਤਾ ਨਾਨਕੀ ਜੀ। ਚਿਤਵਤ ਗੁਰ ਆਵ ਗਨ ਕੋ, ਕਰ ਕਰ ਪ੍ਰੀਤ ਮਹਾਨ। ਚਿਤਵਤ ਗੁਰ ਆਗਮਨ ਕੋ, ਉਹ ਵੀ ਮਹਾਰਾਜ ਜੀ ਦੇ ਆਗਮਨ ਨੂੰ ਚੇਤੇ ਕਰ ਰਹੀਆਂ ਹਨ। ਕਦੋਂ ਸੱਚੇ ਪਾਤਸ਼ਾਹ ਗਰੀਬ ਨਵਾਜ ਆਉਣਗੇ, ਮਹਾਰਾਜ ਜੀ ਦਰਸ਼ਨ ਦੇਣਗੇ। ਸਾਡੇ ਸਤਿਕਾਰਯੋਗ ਪੂਜਨੀਕ ਮਾਤਾਵਾਂ ਦੇ ਅੰਦਰ ਵੀ ਬੜੀ ਇੱਛਾ ਹੈ ਦਰਸ਼ਨਾਂ ਦੀ ਜੀ। ਹਾਂਜੀ। ਚੌਪਈ ਤਿਮ ਰਾਮੋ ਅਰ ਸਾਈਂ ਦਾਸ। ਉਸੇ ਤਰ੍ਹਾਂ ਹੀ ਸਾਧ ਸੰਗਤ ਜੀ, ਬਾਬਾ ਜੀ, ਬਾਬਾ ਸਾਈਂ ਦਾਸ ਜੀ ਤੇ ਬੀਬੀ ਰਾਮੋ ਜੀ ਕਰੈ ਪ੍ਰਤੀਖਨ ਆਵਨ ਆਸ। ਤੇ ਮਹਾਰਾਜ ਜੀ ਦੇ ਆਉਣ ਦੀ ਉਡੀਕ ਕਰ ਰਹੇ ਨੇ। ਹਾਂਜੀ। ਕਿੰਨੇ ਦਿਨ ਲੱਗ ਗਏ ਜੀ। ਨਾਨਕ ਮੱਤੇ ਵੀ ਰਹੇ ਮਹਾਰਾਜ ਸੱਚੇ ਪਾਤਸ਼ਾਹ, ਤੇ ਫਿਰ ਮਹਾਰਾਜ ਰਸਤੇ ਵਿੱਚ ਕਈ ਥਾਵਾਂ ਤੇ ਰੁਕੇ। ਹਾਂਜੀ। ਮਹੀਨੇ ਤੋਂ ਵੱਧ ਸਮਾਂ ਲੱਗਾ। ਇਹ ਸਬਰ ਰੱਖ ਕੇ ਉਡੀਕ ਰਹੇ ਨੇ ਜੀ। ਹਾਂਜੀ। ਆਂਖ ਨਾਨਕੀ ਫਰਕੀ ਬਾਮੂ। ਹਾਂਜੀ। ਸਮ ਇੰਦੀ ਬਰ ਬੜ ਅਮਰਾਮੂ। ਹਾਂਜੀ। ਪਟ ਦਮੋਦਰੀ ਕੋ ਸਕਰੰਤ। ਹਾਂਜੀ। ਬਾਮ ਪੁਜਾ ਸ਼ਿਨ ਸ਼ਿਨ ਫਕਰ ਤੰਤ। ਹਾਂਜੀ। ਤਿਮ ਸ਼ੁਭ ਸ਼ਗਨ ਗੰਗ ਪਰਖੰਤੀ। ਹਾਂਜੀ। ਸੁਤ ਆਵੇ ਅਬ ਸ਼ੀਗਰ ਲਖੰਤੀ। ਤੇ ਮਾਤਾ ਜੀ ਹੋਣੀ ਨਾ ਜੀ ਉਡੀਕ ਰਹੇ ਜੀ। ਤੇ ਮਾਤਾ ਜੀ ਨੂੰ ਮਹਿਸੂਸ ਹੋ ਰਿਹਾ ਵੀ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਮਹਾਰਾਜ ਬਸ ਡਰੌਲੀ ਆ ਹੀ ਰਹੇ ਨੇ ਜੀ। ਤੇ ਸਾਰੇ ਹੀ ਅਰਦਾਸਾਂ ਕਰ ਰਹੇ, ਆਪਾਂ ਵੀ ਕਰੀਏ। ਮਿਲ ਮੇਰੇ ਪ੍ਰੀਤਮ ਪਿਆਰਿਆ, ਮਿਲ ਮੇਰੇ ਪ੍ਰੀਤਮ ਪਿਆਰਿਆ। ਵਾਹਿਗੁਰੂ। ਮਿਲ ਮੇਰੇ ਪ੍ਰੀਤਮ ਪਿਆਰਿਆ, ਮਿਲ ਮੇਰੇ ਪ੍ਰੀਤਮ ਪਿਆਰਿਆ।
ਹਾਂਜੀ। ਦੋਹਰਾ ਸ੍ਰੀ ਗੁਰੂ ਹਰਗੋਬਿੰਦ ਜੀ ਪ੍ਰਥਮ ਪਠਿਓ ਅਸਵਾਰ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਭਾਈ ਕੀ ਡਰੌਲੀ ਪਹੁੰਚ ਹੀ ਗਏ ਨੇ ਜੀ। ਥੋੜੀ ਦੂਰੀ ਤੇ ਹਨ ਜੀ। ਮਹਾਰਾਜ ਜੀ ਨੇ ਪਹਿਲਾਂ ਹੀ ਇੱਕ ਅਸਵਾਰ ਸਿੱਖ ਨੂੰ ਭੇਜਿਆ। ਗ੍ਰਾਮ ਡਰੌਲੀ ਸੁਧ ਦਈ ਸੁਨ ਹਰਖਿਓ ਪਰਵਾਰ। ਉਸ ਸਿੱਖ ਨੂੰ ਭੇਜਿਆ। ਸਿੱਖ ਨੇ ਜਾ ਕੇ ਮਾਤਾ ਜੀ ਨੂੰ, ਗੁਰੂ ਜੀ ਦੇ ਪਰਿਵਾਰ ਨੂੰ ਦੱਸਿਆ, ਮਾਤਾ ਜੀ ਸੱਚੇ ਪਾਤਸ਼ਾਹ ਮਹਾਰਾਜ ਡਰੌਲੀ ਪਹੁੰਚ ਰਹੇ ਹਨ ਜੀ। ਤੇ ਸੁਨ ਹਰਖਿਓ ਪਰਿਵਾਰ। ਗੁਰੂ ਜੀ ਦਾ ਪਰਿਵਾਰ ਸੁਣ ਕੇ ਬਹੁਤ ਖੁਸ਼ ਹੋਇਆ। ਚੌਪਈ ਸਾਈਂ ਦਾਸ ਦਾਸ ਲੈ ਬ੍ਰਿੰਦ। ਸਾਈਂ ਦਾਸ ਜੀ ਫਿਰ ਵੇਖਿਓ ਸਤਿਕਾਰ ਕਿਵੇਂ ਕਰਦੇ ਜੀ। ਸੰਗਤ ਜੀ ਘਰ 'ਚ ਗੁਰੂ ਜੀ ਆਉਣ ਤੇ ਸਤਿਕਾਰ ਕਿਵੇਂ ਕਰਨਾ, ਬੜੇ ਧਿਆਨ ਨਾਲ ਸੁਣਿਓ। ਮੈਂ ਕੱਲ ਪਰਸੋਂ ਹੀ ਕਿਸੇ ਦੇ ਘਰ ਸਮਾਗਮ 'ਚ ਗਿਆ ਹਾਂ ਜੀ। ਘਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਏ ਜੀ। ਉਸ ਬੰਦੇ ਦੀ 1 ਮਿੰਟ ਅੱਖ ਨਹੀਂ ਟਿਕੀ ਦੀ। ਬਸ ਲੋਕ ਹੀ ਇੰਨੇ ਕੁ ਸੱਦੇ ਜੀ, ਕਦੀ ਇਹਨੂੰ ਮਿਲਦਾ ਕਦੀ ਉਹਨੂੰ ਮਿਲਦਾ, ਤੇ ਨਾ ਉਹ ਕਥਾ ਸੁਣੇ ਤੇ ਨਾ ਹੀ ਉਹ ਕੀਰਤਨ ਸੁਣੇ ਜੀ। ਹਾਂਜੀ, ਗੁਰੂ ਜੀ ਘਰ 'ਚ ਆਏ, ਬੰਦਾ ਬੈਠੇ ਸ਼ੁਕਰਾਨਾ ਕਰੇ, ਪ੍ਰੇਮ ਨਾਲ ਗੁਰੂ ਜੀ ਦਾ ਜਸ ਕਰੇ ਜੀ। ਲੋਕਾਂ ਨੇ ਆ ਜਾਣਾ ਚੱਲ ਜਾਣਾ ਜੀ, ਤੇ ਉਹਦੇ ਹੀ ਨਹੀਂ ਅੱਖ ਟਿਕੀ ਦੀ ਭਲੇ ਲੋਕ ਦੀ ਜੀ। ਹੁਣ ਧਿਆਨ ਨਾਲ ਸੁਣਿਓ। ਸਾਈਂ ਦਾਸ ਜੀ ਪਹਿਲਾਂ ਕੁਝ ਮਨੁੱਖਾਂ ਨੂੰ ਨਾਲ ਲੈ ਕੇ ਸੁਨ ਸਨਮਾਨਤ ਹੇਤ ਬਿਲੰਦ। ਤੇ ਰਸਤੇ ਵਿੱਚ ਜਾ ਕੇ ਪਹਿਲਾਂ ਹੀ ਖਲੋ ਗਏ ਜੀ, ਵੀ ਮਹਾਰਾਜ ਜੀ ਦਾ ਸਨਮਾਨ ਕਰਨਾ, ਸੱਚੇ ਪਾਤਸ਼ਾਹ ਜੀ ਦਾ। ਹਾਂਜੀ, ਨਿਕਸ ਗ੍ਰਾਮ ਤੇ ਵਧਿਓ ਪ੍ਰਮੋਦ। ਕੁਝ ਨਾਲ ਲੈ ਕੇ ਨਾ ਪ੍ਰੇਮੀਆਂ ਨੂੰ, ਤੇ ਪਿੰਡ ਦੇ ਬਾਹਰ ਜਾ ਕੇ ਖਲੋ ਗਏ ਜੀ। ਘਰ ਤੇ ਪਿੰਡ 'ਚ ਹੈ ਜੀ। ਜਿਨ੍ਹਾਂ ਸੰਗਤਾਂ ਨੇ ਆਪਾਂ ਗਏ ਸਾਂ ਉੱਥੇ, ਸਾਰੇ ਜਿਨ੍ਹਾਂ ਦਰਸ਼ਨ ਕੀਤੇ ਉਹਨਾਂ ਨੂੰ ਪਤਾ ਪਿੰਡ ਦੇ ਵਿੱਚ ਘਰ ਹੈਗਾ ਜੀ ਉਹ ਜੀ। ਹਾਂਜੀ, ਤੇ ਪਿੰਡ ਦੇ ਬਾਹਰ ਖਲੋ ਗਏ ਜੀ ਬਾਬਾ ਸਾਈਂ ਦਾਸ ਜੀ। ਹਾਂਜੀ, ਤੂਰਨ ਗਮਨਿਓ ਸਤਿਗੁਰ ਕੋਦ। ਤੇ ਤੁਰਤ ਸਤਿਗੁਰੂ ਜੀ ਦੇ ਪਾਸ ਪਹੁੰਚਣ ਵਾਸਤੇ ਬੜੀ ਛੇਤੀ ਤੁਰ ਰਹੇ ਨੇ। ਹਾਂਜੀ, ਸੁੰਦਰ ਮੰਦਰ ਵਿਖੇ ਪਰਿਅੰਕ। ਹਾਂਜੀ। ਕਰਿਓ ਡਸਾਵਨ ਹਰਖਤ ਅੰਕ। ਤੇ ਸਾਈਂ ਦਾਸ ਜੀ ਨੇ ਪਹਿਲਾਂ ਹੀ ਬੀਬੀ ਰਾਮੋ ਨੂੰ ਕਹਿਤਾ, ਰਾਮੋ ਜਿਹੜਾ ਨਵਾਂ ਪਲੰਗਾ ਹੈ, ਜਿਹਦੇ ਤੇ ਆਪਾਂ ਅੱਜ ਤੱਕ ਕਿਸੇ ਹੋਰ ਨੂੰ ਨਹੀਂ ਬੈਠਣ ਦਿੱਤਾ, ਉਸ ਪਲੰਗੇ ਨੂੰ ਘਰ ਦੇ ਵਿੱਚ ਢਵਾਓ ਕਹਿਣ ਲੱਗੇ। ਹਾਂਜੀ, ਉਜਲ ਆਸਤਰਨ ਕਸਵਾਏ। ਫਿਰ ਚਿੱਟੀ ਵਿਛਾਈ ਕਰਨੀ ਹੈ ਤੇ ਪਾਵਿਆਂ ਤੇ ਨਾ ਰੱਸੀਆਂ ਬੰਨ੍ਹ ਦੇਣੀਆਂ ਜੀ, ਡੋਰੀਆਂ ਬੰਨ੍ਹ ਦੇਣੀਆਂ, ਵਿਛਾਈ ਖਿੱਚਣੀ ਹੈ ਜੀ। ਹਾਂਜੀ, ਰੇਸ਼ਮ ਡੋਰ ਗੁੰਫ ਲਟਕਾਏ। ਤੇ ਰੇਸ਼ਮ ਦੀਆਂ ਡੋਰਾਂ ਦੇ ਗੁੰਫੇ ਉਹ ਲਟਕਾ ਦਿੱਤੇ। ਅੱਜ ਵੀ ਹਰਿਮੰਦਰ ਸਾਹਿਬ ਪੀੜਾ ਸਾਹਿਬ ਦੇ ਦਰਸ਼ਨ ਕਰਿਆ ਕਰੋ, ਚਾਰੇ ਬੰਨੇ ਪਾਵਿਆਂ ਤੇ ਡੋਰਾਂ ਬੱਝੀਆਂ ਹੁੰਦੀਆਂ ਤੇ ਨਾਲ ਗੁੰਫ ਲਟਕ ਰਹੇ ਹੁੰਦੇ ਨੇ ਜੀ। ਕਹਿੰਦੇ ਏਦਾਂ ਇਸ ਤਰੀਕੇ ਦਾ ਪਲੰਗਾ ਹੋਣਾ ਚਾਹੀਦਾ। ਹਾਂਜੀ, ਅੰਤਰ ਬਾਹਰ ਨਿਰੰਤਰ ਘਰ ਕੋ। ਹਾਂਜੀ। ਕਰੀਏ ਤਿਆਰ ਮਾਰਜਨ ਕਰ ਕੋ। ਘਰ ਦੇ ਅੰਦਰ ਬਾਹਰ ਹਰ ਪ੍ਰਕਾਰ ਨਾਲ ਸੋਹਣੇ ਤਰੀਕੇ ਦੀ ਸਫਾਈ ਹੋਵੇ, ਸੋਹਣੇ ਤਰੀਕੇ ਦੀ ਸਫਾਈ ਹੋਵੇ। ਅਤਰਨ ਕੀ ਖੁਸ਼ਬੋਏ ਫੈਲਾਵੋ। ਤੇ ਰਾਮੋ ਘਰ ਵਿੱਚ ਅਤਰ ਛਿੜਕਦੇ ਸਾਡੇ ਸੱਚੇ ਪਾਤਸ਼ਾਹ ਜੀ ਨੇ ਆਉਣਾ। ਹਾਂਜੀ, ਮੈਂ ਵੇਖਿਆ ਜੀ, ਜਿਹੜੀਆਂ ਤੇ ਸੰਗਤਾਂ ਸੰਗਤ ਕਰਦੀਆਂ ਨਾ ਜੀ, ਉਹ ਤੇ ਬੜਾ ਸੋਹਣਾ ਪ੍ਰਬੰਧ ਕਰਦੀਆਂ ਜੀ। ਪਿੱਛੇ ਜੇ ਮੈਂ ਬੀਬੀ ਜੀ ਦੀ ਉਦਾਹਰਣ ਦਿੱਤੀ ਸੀ ਤੁਹਾਨੂੰ ਜੀ। ਤੇ ਕਈ ਜਿਹੜੇ ਸੰਗਤ ਨਹੀਂ ਕਰਦੇ, ਫਿਰ ਉਹਨਾਂ ਦੇ ਘਰ ਵਿੱਚ ਵੀ ਜਾ ਕੇ ਵੇਖਿਆ ਜੀ। ਇੱਕ ਕਮਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਤੇ ਕੀਰਤਨ ਹੋ ਰਿਹਾ ਹੁੰਦਾ ਜੀ, ਤੇ ਨਾਲ ਦੇ ਕਮਰੇ 'ਚ ਜੁੱਤੀਆਂ ਦਾ ਭੰਡਾਰ ਇਕੱਠਾ ਕੀਤਾ ਹੁੰਦਾ ਜੀ। ਹਾਂਜੀ, ਇਸ ਤਰ੍ਹਾਂ ਕਦੀ ਨਹੀਂ ਕਰਨਾ ਚਾਹੀਦਾ। ਸਾਰੇ ਘਰ 'ਚੋਂ ਹੀ ਜੋੜੇ ਬਾਹਰ ਕੱਢੋ ਜੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਲਿਆਉਣਾ ਜੀ, ਜਾਂ ਦੂਰ ਕਿਸੇ ਨੁੱਕਰ 'ਚ ਰੱਖ ਦਿਓ, ਲਾਗੇ ਚਾਗੇ ਨਹੀਂ ਹੋਣੇ ਚਾਹੀਦੇ ਜੀ। ਚੇਤਾ ਰੱਖਿਓ, ਇਹ ਤੇ ਤੁਸੀਂ ਜਿੰਨਾ ਹੀ ਸਤਿਕਾਰ ਕਰੋਗੇ ਓਨਾ ਤੁਹਾਡਾ ਹੀ ਭਲਾ ਹੋਏਗਾ ਜੀ, ਸਾਡਾ ਹੀ ਭਲਾ ਹੈਗਾ ਜੀ। ਹਾਂਜੀ, ਸਾਰੇ ਘਰ ਦੀ ਕਹਿੰਦੇ ਸਫਾਈ ਕਰੋ, ਅਤਰ ਛਿੜਕੋ ਸਾਰੇ ਘਰ 'ਚ। ਹਾਂਜੀ, ਦਾਸ ਭੇਜ ਗਨ ਫੂਲ ਮੰਗਾਵੋ। ਸੇਵਕ ਭੇਜ ਕੇ ਫੁੱਲ ਮੰਗਵਾਓ ਸੱਚੇ ਪਾਤਸ਼ਾਹ ਜੀ ਦੇ ਵਾਸਤੇ। ਕੁੰਭ ਅੰਬ ਹਿਤ ਦੀਜੈ ਕੋਰੇ। ਤੇ ਜਲ ਵਾਸਤੇ ਕੋਰਾ ਘੜਾ ਲੈ ਕੇ ਆਉਣਾ, ਜਿਹੜਾ ਬਿਲਕੁਲ ਕੋਰਾ ਹੋਵੇ ਉਹਦੇ 'ਚ ਪਾਣੀ ਪਾ ਕੇ ਰੱਖਣਾ। ਹਾਂਜੀ, ਸੀਤਲ ਜਲ ਕੀਜੈ ਸਮ ਓਰੇ। ਪਾਣੀ ਠੰਡਾ ਕਰ ਲੋ ਬਰਫ਼ ਵਰਗਾ। ਕਿਉਂ? ਉਦੋਂ ਗਰਮੀ ਸੀਗੀ ਜੀ,
ਤੇ ਘੜੇ 'ਚ ਪਾਣੀ ਪਾ ਕੇ ਰੱਖੀਏ ਤੇ ਪਾਣੀ ਠੰਡਾ ਹੋ ਜਾਂਦਾ ਜੀ। ਉਦੋਂ ਇਹੋ ਹੀ ਫਰਿੱਜ ਸੀਗੀ ਜੀ। ਆਖੋ ਵਾਹਿਗੁਰੂ। ਤੇ ਸੰਗਤ ਜੀ ਬੜੇ ਬੜੇ ਪ੍ਰੇਮੀਆਂ ਦਾ ਵੇਖਿਆ ਜੀ। ਹਾਂਜੀ, ਘਰ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਉਂਦੇ ਤੇ ਇੱਕ ਫੁੱਲਾਂ ਦੀ ਮਾਲਾ ਨਹੀਂ ਲੈ ਕੇ ਆ ਸਕਦੇ ਜੀ। ਕਹਿ ਕੇ ਹਾਰ ਮੰਗਾਉਣਾ ਪੈਂਦਾ ਵੀ ਗੁਰੂ ਜੀ ਵਾਸਤੇ ਕੋਈ ਫੁੱਲ ਹਾਰ ਹੀ ਲੈ ਆਓ ਜੀ। ਸਾਈਂ ਦਾਸ ਜੀ ਦਾ ਵੇਖੋ ਹਿਸਾਬ ਕਿਤਾਬ ਜੀ। ਹਾਂਜੀ, ਤਰ ਉਪਰ ਦੇ ਕਰ ਬਹੁ ਸ਼ੋਰਾ, ਹਾਂਜੀ। ਕਰੋ ਭਲੇ ਇਹ ਕਾਰਜ ਤੋਰਾ। ਹਾਂ, ਕਹਿ ਪਾਣੀ ਵਿੱਚ ਛੋਰਾ ਪਾ ਕੇ ਪੀਣ ਵਾਸਤੇ ਪੀਣ ਦੇ ਘੜੇ ਵਿੱਚ ਪਾ ਦਿਓ। ਪਾਣੀ ਚੰਗੀ ਤਰ੍ਹਾਂ ਠੰਡਾ ਹੋ ਜਾਏ ਸਾਡੇ ਸੱਚੇ ਪਾਤਸ਼ਾਹ ਵਾਸਤੇ। ਹਾਂਜੀ, ਕਹਿ ਰਾਮੋ ਸੰਗ ਆਪ ਭਿਆਨਾ, ਗੁਰ ਸਨਮੁਖ ਕਰਬੇ ਸਨਮਾਨਾ। ਆਖੋ ਵਾਹਿਗੁਰੂ। ਸ਼ੋਰਾ ਉਸ ਸਮੇਂ ਦਾ ਪਦਾਰਥ ਸੀਗਾ ਜੀ। ਜਦੋਂ ਉਹ ਪਾਣੀ 'ਚ ਪਾ ਦਈਏ ਨਾ ਜੀ, ਉਹ ਠੰਡਾ ਹੋ ਜਾਂਦਾ ਸੀਗਾ ਪਾਣੀ ਜੀ। ਕਹਿ ਰਾਮੋ ਸੰਗ ਆਪ ਭਿਆਨਾ, ਇਹ ਕਹਿ ਕੇ ਸਾਈਂ ਦਾਸ ਜੀ ਆਪ ਪਿੰਡ ਦੇ ਬਾਹਰ ਪਹਿਲਾਂ ਹੀ ਜਾ ਕੇ ਖਲੋ ਗਏ ਜੀ। ਹਾਂਜੀ, ਗੁਰ ਸਨਮੁਖ ਕਰਬੇ ਸਨਮਾਨਾ। ਕੁਝ ਮਨੁੱਖਾਂ ਨੂੰ ਲੈ ਕੇ ਖਲੋ ਗਏ। ਜਦੋਂ ਮਹਾਰਾਜ ਆਉਣਗੇ ਤੇ ਪਿੰਡ ਦੇ ਬਾਹਰ ਖਲੋ ਕੇ ਸਨਮਾਨ ਕਰਨਾ ਮਹਾਰਾਜ ਦਾ। ਹਾਂਜੀ, ਮਧੁਰ ਪ੍ਰਸ਼ਾਦ ਉਠਾਏ ਹਾਥ। ਫਿਰ ਖਾਲੀ ਹੱਥ ਨਹੀਂ ਖਲੋਤੇ ਜੀ, ਪਹਿਲਾਂ ਹੀ ਮਿੱਠਾ ਹੱਥ 'ਚ ਲੈ ਕੇ ਖਲੋਤੇ ਜੀ। ਹਾਂਜੀ, ਅਤ ਚਿਤ ਚੌਂਪ ਪਿਖਨ ਕੋ ਨਾਥ। ਤੇ ਮਨ ਵਿੱਚ ਬਹੁਤਾ ਹੀ ਚਾਅ ਹੈਗਾ ਆਪਣੇ ਮਾਲਕ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਵਾਸਤੇ। ਆਖੋ ਸਾਰੇ ਧੰਨ ਭਾਈ ਸਾਈਂ ਦਾਸ ਜੀ। ਧੰਨ ਭਾਈ ਸਾਈਂ ਦਾਸ। ਇੰਨਾ ਪਿਆਰ ਗੁਰੂ ਜੀ ਵਾਸਤੇ ਜੀ, ਇੰਨਾ ਪਿਆਰ। ਤੇ ਚੇਤਾ ਰੱਖੋ, ਜਿੰਨਾ ਜ਼ਿਆਦਾ ਪਿਆਰ ਕਰੋਗੇ ਓਨੇ ਸੁੱਖ ਸਹੂਲਤਾਂ ਤੁਹਾਡੀਆਂ ਹੀ ਵਧਣੀਆਂ ਜੀ। ਓਨੇ ਸੁੱਖ ਸਾਡੇ ਹੀ ਵਧਣੇ ਨੇ। ਹਾਂਜੀ, ਮਾਤ ਗੰਗ ਕੇ ਸੇਵਕ ਸੰਗ, ਮਿਲੇ ਡਰੌਲੀ ਮਨੁਜ ਉਮੰਗ। ਮਾਤਾ ਗੰਗਾ ਜੀ ਦੇ ਸੇਵਕ ਹੋਰ ਜਿੰਨੇ ਵੀ ਡਰੌਲੀ ਦੇ ਲੋਕ ਸਨ, ਸਭ ਹਿਨ ਕੇ ਚਿਤ ਚਾਓ ਬਡੇਰੇ। ਸਾਰਿਆਂ ਦੇ ਮਨ 'ਚ ਬੜਾ ਚਾਉ ਹੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਆ ਰਹੇ ਹਨ। ਪੈਰ ਨਗਨ ਗੇ ਕੋਸ ਅਗੇਰੇ। ਤੇ ਇੱਕ ਕੋ ਪਹਿਲਾਂ ਹੀ ਜਾ ਕੇ ਖਲੋਤੇ ਤੇ ਨੰਗੇ ਪੈਰ ਖਲੋਤੇ ਜੀ ਸਾਰੇ ਜੀ। ਇਹ ਵੀ ਸਤਿਕਾਰ ਦੀ ਨਿਸ਼ਾਨੀ ਹੈਗੀ ਹੈ ਜੀ। ਹਾਂਜੀ, ਪਿੱਖੇ ਦੂਰ ਤੇ ਉੱਡਦੀ ਧੂਰ। ਤੇ ਫਿਰ ਕਿਉਂ ਮਹਾਰਾਜ ਨਾਲ ਫੌਜਾਂ ਹੈਗੀਆਂ ਜੀ, ਤੇ ਕੱਚੇ ਰਾਹ ਹੁੰਦੇ ਸੀਗੇ ਉਦੋਂ ਜੀ। ਤੇ ਜਦੋਂ ਘੋੜਿਆਂ ਨੇ ਤੁਰਨਾ ਤੇ ਘੱਟਾ ਉੱਡਦਾ ਹੁੰਦਾ ਸੀਗਾ ਜੀ। ਦੂਰੋਂ ਧੂੜ ਉੱਡਦੀ ਜਦੋਂ ਵਿਖੀ ਨਾ ਉਹਨਾਂ ਨੂੰ ਜੀ। ਹਾਂਜੀ, ਭੇ ਆਨੰਦ ਤੇ ਉਰ ਭਰਪੂਰ। ਤੇ ਪਤਾ ਲੱਗ ਗਿਆ ਵੀ ਇਹ ਇੰਨੀ ਧੂੜ ਉੱਡ ਰਹੀ ਹੈ, ਘੋੜੇ ਤੇਜ਼ੀ ਨਾਲ ਆ ਰਹੇ ਆ ਤੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਹੋਣਗੇ। ਤੇ ਦੂਰੋਂ ਹੀ ਧੂੜ ਉੱਡਦੀ ਵੇਖ ਕੇ ਸਾਰਿਆਂ ਨੂੰ ਆਨੰਦ ਹੋ ਗਿਆ ਜੀ, ਚਾਉ ਚੜ ਗਿਆ ਜੀ। ਹਾਂਜੀ, ਉਦਿਓ ਮਨੋ ਪੂਰਬ ਦਿਸ਼ ਚੰਦ, ਭਏ ਚਕੋਰ ਬਿਲੋਚਨ ਦੁੰਦ। ਉਹ ਪੂਰਬ ਵਾਲਾ ਪਾਸਾ ਸੀਗਾ ਜੀ, ਪੂਰਬ ਵਾਲਾ ਪਾਸਾ ਜੀ। ਜਿੱਧਰੋਂ ਮਹਾਰਾਜ ਨੇ ਆਉਣਾ ਸੀ ਨਾ ਜੀ, ਧੂੜ ਉੱਡ ਰਹੀ, ਬੜੇ ਘੋੜੇ ਆ ਰਹੇ ਬੜੀ ਤੇਜ਼ੀ ਦੇ ਨਾਲ ਜੀ। ਤੇ ਸਾਰਿਆਂ ਦੇ ਮਨ 'ਚ ਇਹ ਬਣ ਗਿਆ ਵੀ ਮਾਨੋ ਅੱਜ ਪੂਰਬ 'ਚੋਂ ਚੰਦ ਪੈਦਾ ਹੋ ਰਿਹਾ ਹੈ ਜੀ, ਚੰਦ ਚੜ ਰਿਹਾ ਪੂਰਬ ਦੇ ਵਿੱਚ। ਹਾਂਜੀ, ਸਾਰੇ ਚਕੋਰ ਬਣ ਕੇ ਉਧਰ ਹੀ ਅੱਖਾਂ ਲਾਈਆਂ ਜੀ। ਜਿਵੇਂ ਚੰਦ ਵੱਲ ਚਕੋਰ ਵੇਖਦੀ ਨਾ, ਪੂਰਬ ਵਾਲੇ ਪਾਸੇ ਸਾਰੇ ਵੇਖੀ ਜਾਂਦੇ ਨੇ। ਕਰਤ ਉਤਾਇਲ ਕਿਮ ਮਿਲ ਜਾਏ। ਬੜੇ ਉਤਾਵਲੇ ਹੋ ਗਏ ਵੀ ਛੇਤੀ ਆ ਜਾਣ ਮਹਾਰਾਜ ਸੱਚੇ ਪਾਤਸ਼ਾਹ, ਆਪਣੀਆਂ ਇਹਨਾਂ ਅੱਖਾਂ ਦੇ ਨਾਲ ਆਪਣੇ ਸਤਿਗੁਰੂ ਜੀ ਦੇ ਦਰਸ਼ਨ ਕਰ ਲਈਏ। ਜਨ ਰਾਵ ਪਿਖ ਪੰਕਜ ਬਿਕਸਾਏ। ਕਹਿੰਦੇ ਫਿਰ ਜਿਵੇਂ ਸੂਰਜ ਨੂੰ ਵੇਖ ਕੇ ਕਮਲ ਖੇੜ ਉੱਠਦਾ ਨਾ, ਉਵੇਂ ਅਸੀਂ ਖੇੜ ਜਾਈਏ। ਚਰਨ ਧਰਤ ਆਗੇ ਵਿਚਲੰਤੇ। ਤੇ ਨਾ ਜੀ ਫਿਰ ਹੌਲੀ ਵਾਹਿਗੁਰੂ ਬੜੀ ਛੇਤੀ ਦੇ ਨਾਲ ਆਪਣੇ ਵੀ ਕਦਮ ਅੱਗੇ ਤੋਰਨੇ ਸ਼ੁਰੂ ਕੀਤੇ ਸਾਰਿਆਂ ਨੇ। ਗਦ ਗਦ ਗਿਰਾ ਨਾ ਬੋਲ ਸਕੰਤੇ। ਇੰਨੇ ਜ਼ਿਆਦਾ ਖੁਸ਼ ਨੇ, ਇੰਨੇ ਜ਼ਿਆਦਾ ਖੁਸ਼ ਨੇ ਸਾਰੇ, ਖੁਸ਼ੀ ਦੇ ਵਿੱਚ ਬੋਲਿਆ ਹੀ ਨਹੀਂ ਜਾ ਰਿਹਾ ਜੀ। ਆਖੋ ਸਾਰੇ ਸ੍ਰੀ ਵਾਹਿਗੁਰੂ। ਵਾਹਿਗੁਰੂ। ਇਹ ਵੀ ਖੁਸ਼ੀ ਹੁੰਦੀ ਸੰਗਤ ਜੀ, ਖੁਸ਼ੀ 'ਚ ਬੋਲਿਆ ਹੀ ਨਾ ਜਾਵੇ ਜੀ। ਹਾਂਜੀ, ਭਾਈ ਦਸ਼ਾ ਅਸ ਸਾਈਂ ਦਾਸ। ਤੇ ਹੁਣ ਸਾਈਂ ਦਾਸ ਜੀ ਦਾ ਸੁਣੋ, ਸਾਈਂ ਦਾਸ ਜੀ ਦੀ ਕੀ ਅਵਸਥਾ ਬਣੀ ਹੈ। ਮਨ ਕੋ ਪ੍ਰੇਮ ਬਿਲਾਸ ਪ੍ਰਕਾਸ਼। ਮਨ ਕੋ ਪ੍ਰੇਮ ਵਿਸ਼ਾਲ ਪ੍ਰਕਾਸ਼।
ਜਿਨ੍ਹਾਂ ਦੇ ਮਨ ਵਿੱਚ ਬਹੁਤਾ ਹੀ ਵੱਡਾ ਪ੍ਰੇਮ ਦਾ ਪ੍ਰਕਾਸ਼ ਹੋਇਆ ਪਿਆ ਜੀ। ਬੜਾ ਹੀ ਪਿਆਰ ਸਾਈਂ ਦਾਸ ਜੀ ਦਾ। ਜਲ ਕੀ ਬੂੰਦ ਬਿਲੋਚਨ ਬਰਨੀ, ਹਾਂਜੀ। ਢਾਰ ਢਾਰ ਪਰਤ ਬਦਨ ਤੇ ਧਰਨੀ। ਤੇ ਦੂਰੋਂ ਜਦੋਂ ਮਹਾਰਾਜ ਜੀ ਦੇ ਦਰਸ਼ਨ ਹੋਏ, ਸਾਈਂ ਦਾਸ ਜੀ ਨੂੰ ਬੈਰਾਗ ਆਉਣਾ ਸ਼ੁਰੂ ਹੋ ਗਿਆ ਜੀ। ਅੱਖਾਂ ਦੇ ਵਿੱਚੋਂ ਪਾਣੀ ਦੀਆਂ ਬੂੰਦਾਂ ਜਿਹੜੀਆਂ ਉਹ ਡਿੱਗਣ ਲੱਗ ਪਈਆਂ ਜੀ। ਹਾਂਜੀ। ਇਤਨੇ ਮਹਿ ਸਤਿਗੁਰ ਸਹਸਾਏ, ਹਾਂਜੀ। ਪ੍ਰੇਮਾ ਤੁਰ ਕੋ ਚਹਸ ਮਿਲਾਏ। ਇੰਨੇ ਚਿਰ ਨੂੰ ਗੁਰੂ ਜੀ ਵੀ ਬੜੀ ਕਾਲੀ ਦੇ ਨਾਲ ਆ ਰਹੇ ਨੇ। ਘੋੜਾ ਬੜੀ ਤੇਜ਼ ਮਹਾਰਾਜ ਦੌੜਾ ਰਹੇ ਤੇ ਧੂੜਾਂ ਉੱਡ ਰਹੀਆਂ ਜੀ। ਮਹਾਰਾਜ ਜੀ ਵੀ ਚਾਹੁੰਦੇ ਆ ਸਾਈਂ ਦਾਸ ਜੀ ਨੂੰ ਛੇਤੀ ਮਿਲ ਕੇ ਉਹਦਾ ਪ੍ਰੇਮ ਪੂਰਾ ਕਰੀਏ। ਹਾਂਜੀ। ਪਰਮ ਭਮੰਗਮ ਪਾਇਓ ਪੋਈਏ, ਹਾਂ। ਆਪਣੇ ਜਨ ਕੋ ਤੂਰਨ ਜੋਈਏ। ਆਖੋ ਵਾਹਿਗੁਰੂ। ਮਹਾਰਾਜ ਪਰਮ ਭਵੰਗਮ ਪਾਈਏ ਪੋਈਏ। ਪੋਈਏ ਹੁੰਦਾ ਰਾਹ ਜੀ। ਘੋੜੇ ਨੂੰ ਬਹੁਤ ਤੇਜ਼ੀ ਨਾਲ ਚਲਾ ਰਹੇ ਰਾਏ ਸੱਚੇ ਪਾਤਸ਼ਾਹ ਜੀ। ਆਪਣੇ ਜਨ ਕੋ ਤੂਰਨ ਜੋਈਏ। ਜਿਵੇਂ ਸਾਈਂ ਦਾਸ ਜੀ ਦਾ ਪਿਆਰ ਹੈ ਨਾ, ਮੈਂ ਛੇਤੀ ਮਹਾਰਾਜ ਦੇ ਦਰਸ਼ਨ ਕਰ ਲਾਂ। ਗੁਰੂ ਹਰਗੋਬਿੰਦ ਸਾਹਿਬ ਦੇ ਮਨ 'ਚ ਵੀ ਪਿਆਰ ਵੀ ਛੇਤੀ ਸਾਈਂ ਦਾਸ ਨੂੰ ਵੇਖਾਂ ਮੈਂ ਜਾ ਕੇ। ਹਾਂਜੀ। ਨਿਕਟ ਹੋਏ ਕਰ ਲੀਨ ਟਿਕਾਏ। ਤੇ ਹੁਣ ਘੋੜਾ ਨੇੜੇ ਪਹੁੰਚ ਗਿਆ ਤੇ ਮਹਾਰਾਜ ਨੇ ਘੋੜਾ ਸਹਿਜੇ ਕਰ ਲਿਆ। ਸੰਗ ਸੁਭਾਟ ਪਛਾਤੀ ਆਏ। ਇੰਨੀ ਤੇਜ਼ ਮਹਾਰਾਜ ਘੋੜਾ ਕਰਦੇ ਆ ਵੀ ਜਿਹੜੇ ਨਾਲ ਸੂਰਮੇ ਆ ਨਾ, ਉਹ ਅਜੇ ਮਗਰ ਮਗਰ ਆ ਰਹੇ ਨੇ ਤੇਜ਼ੀ ਨਾਲ। ਹਾਂਜੀ। ਸਾਈਂ ਦਾਸ ਉਤਾਇਲ ਕਰਕੇ। ਤੇ ਸਾਈਂ ਦਾਸ ਜੀ ਨੂੰ ਦਰਸ਼ਨ ਹੋਏ ਜੀ ਫਿਰ ਮਹਾਰਾਜ ਦੇ ਜੀ। ਮਹਾਰਾਜ ਘੋੜੇ ਤੇ ਬੈਠੇ ਆ। ਬਹੁਤ ਸੁੰਦਰ ਸਰੂਪ, ਚਿੱਟਾ ਘੋੜਾ, ਚਿੱਟਾ ਹੀ ਮਹਾਰਾਜ ਜੀ ਦਾ ਮੁਖੜਾ ਤੇ ਕਾਲਾ ਕਾਲਾ ਦਾੜਾ ਤੇ ਦੋ ਸਿਰੀ ਸਾਬਾ ਪਾਈਆਂ, ਉੱਚਾ ਲੰਮਾ ਕੱਦ, ਛਾਤੀ ਚੌੜੀ। ਵੇਖਦਿਆਂ ਹੀ ਭੁੱਖ ਦੂਰ ਹੁੰਦੀ ਹੈ ਜੀ। ਵੇਖਦਿਆਂ ਹੀ ਭੁੱਖ ਦੂਰ ਹੁੰਦੀ ਹੈ। ਸਾਈਂ ਦਾਸ ਜੀ ਨੇ ਮਹਾਰਾਜ ਜੀ ਦੇ ਦਰਸ਼ਨ ਕੀਤੇ। ਸਾਈਂ ਦਾਸ ਉਤਾਇਲ ਕਰਕੇ, ਦਰਸ਼ਨ ਦੇਖ ਚਰਨ ਧਰ, ਚਰਨ ਕਰ ਧਰ ਕੇ। ਹਾਂਜੀ। ਬਸ ਫਿਰ ਉਸੇ ਵੇਲੇ ਹੀ ਦਰਸ਼ਨ ਕਰਕੇ ਮਹਾਰਾਜ ਦੇ ਚਰਨ ਫੜ ਲਏ ਜੀ। ਹਾਂਜੀ। ਸਿਰ ਧਰ ਪਗ ਪਰ ਤਿਹ ਥਲ ਥਰਿਓ। ਮਹਾਰਾਜ ਜੀ ਘੋੜੇ ਤੇ ਹੀ ਨੇ ਤੇ ਸਤਿਗੁਰੂ ਜੀ ਦੇ ਚਰਨ ਜਿਹੜੇ ਆ ਉਹ ਮਹਾਰਾਜ ਜੀ ਨੇ ਘੋੜੇ ਦੇ ਉੱਤੇ ਹੀ ਆ ਜੇ ਸੱਚੇ ਪਾਤਸ਼ਾਹ। ਪਰ ਸਾਈਂ ਦਾਸ ਜੀ ਨੇ ਨਾ ਜੀ ਇੱਕ ਚਰਨ ਤੇ ਸਿਰ ਰੱਖਿਆ ਤੇ ਸਿਰ ਹੀ ਨਹੀਂ ਚੁੱਕਣ ਦੇ। ਬੜੇ ਚਿਰ ਦੀਆਂ ਅਰਦਾਸਾਂ ਕਰਦੇ ਸੀ। ਮਿਲ ਮੇਰੇ ਪ੍ਰੀਤਮ ਪਿਆਰਿਆ, ਮਿਲ ਮੇਰੇ ਪ੍ਰੀਤਮ ਪਿਆਰਿਆ। ਮਿਲ ਮੇਰੇ ਪ੍ਰੀਤਮ ਪਿਆਰਿਆ, ਮਿਲ ਮੇਰੇ ਪ੍ਰੀਤਮ ਪਿਆਰਿਆ। ਅੱਜ ਉਹ ਸਮਾਂ ਆ ਗਿਆ ਜੀ। ਉਹ ਸਮਾਂ ਆ ਗਿਆ ਜੀ। ਬਸ ਫਿਰ ਚਰਨਾਂ ਤੇ ਸਿਰ ਹੀ ਰੱਖ ਦਿੱਤਾ। ਮਨਹੁ ਪਖਾਰਨ ਦ੍ਰਿਗ ਜਲ ਕਰਿਓ। ਤੇ ਨੇਤਰਾਂ ਵਿੱਚੋਂ ਹੰਝੂ ਨੇ। ਅੱਜ ਇਉਂ ਲੱਗਦਾ ਵੀ ਸਾਈਂ ਦਾਸ ਨੇ ਆਪਣੇ ਨੇਤਰਾਂ ਦੇ ਹੰਝੂਆਂ ਨਾਲ ਹੀ ਮਹਾਰਾਜ ਜੀ ਦੇ ਚਰਨ ਧੋ ਦੇਣੇ ਆ ਜੀ। ਇੰਨਾ ਪਿਆਰ ਬਣ ਜਾਣਾ ਜੀ। ਇਹ ਸੁਤੇ ਸਿੱਧੀ ਏਦਾਂ ਬੈਰਾਗ ਆ ਜਾਂਦਾ ਸਾਧ ਸੰਗਤ ਜੀ। ਆਪ ਦਾਸ ਦੂਸਰ ਪਗ ਗਹਿਓ। ਹੋਰ ਜਿਹੜੇ ਦਾਸ ਨੇ ਨਾ ਜੀ ਉਹ ਦੂਜੇ ਚਰਨ ਨੂੰ ਮੱਥਾ ਟੇਕਣ ਦਾ ਆ ਜੀ। ਹਾਂਜੀ। ਧਰ ਧਰ ਸਿਰ ਸਭ ਆਨੰਦ ਲਹਿਓ। ਬਾਕੀ ਦਾਸ ਮਹਾਰਾਜ ਜੀ ਦੇ ਚਰਨਾਂ ਤੇ ਸਿਰ ਰੱਖਦੇ ਤੇ ਚਲੇ ਜਾਂਦੇ। ਆਪਾਂ ਵੀ ਰੱਖ ਲਈਏ। ਸੁਰਤ ਲੈ ਕੇ ਜਾਓ। ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਧੰਨ ਗੁਰੂ ਜੀ ਹਰਗੋਬਿੰਦ ਸਾਹਿਬ ਮਹਾਰਾਜ। ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਦਾਸ ਰੱਖ ਰਹੇ ਸਿਰ ਤੇ ਜਾ ਰਹੇ ਆ। ਰੱਖ ਰਹੇ ਤੇ ਜਾ ਰਹੇ। ਬੜਾ ਇਕੱਠ ਹੋ ਗਿਆ ਸੀ ਨਾ ਜੀ ਬਾਹਰ। ਹਾਂਜੀ। ਸ਼੍ਰੀ ਹਰਗੋਬਿੰਦ ਪਰਸਿਓ ਪਾਨ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨ ਨੂੰ ਸਾਰੇ ਪਰਸ ਰਹੇ ਹਨ। ਬੁਝੀ ਕੁਸ਼ਲ ਆਹੈ ਸੁਖ ਥਾਨ। ਤੇ ਸੱਚੇ ਪਾਤਸ਼ਾਹ ਸਭ ਨੂੰ ਪੁੱਛ ਰਹੇ ਵੀ ਰਾਜੀ ਖੁਸ਼ੀ ਹੋ। ਹਾਂਜੀ। ਸਭ ਆਨੰਦ ਹੈ ਕਿਰਪਾ ਤੁਮਹਾਰੀ। ਗੁਰਸਿੱਖ ਕਹਿੰਦੇ ਮਹਾਰਾਜ ਆਨੰਦ ਬਣੇ ਪਏ ਤੁਹਾਡੇ ਦਰਸ਼ਨ ਕਰਕੇ, ਤੁਹਾਡੀ ਮਿਹਰ ਹੈ।
ਹਾਂਜੀ। ਨਿਸ ਦਿਨ ਅਖਿਲ ਪ੍ਰਤੀਨ ਧਾਰੀ। ਸੱਚੇ ਪਾਤਸ਼ਾਹ ਦਿਨ ਰਾਤ ਤੁਹਾਨੂੰ ਚੇਤੇ ਕਰ ਰਹੇ ਹਾਂ। ਸਹਿਤ ਸਨੂਖਾ ਜਨਨੀ ਗੰਗਾ। ਹਾਂਜੀ। ਕੁਸ਼ਲ ਸਹਿਕ ਸੇਵਕ ਸਰਬੰਗਾ। ਮਹਾਰਾਜ ਜੀ ਨੇ ਪੁੱਛਿਆ ਮਾਤਾ ਜੀ ਹੋਣੀ ਸਭ ਠੀਕ ਨੇ? ਤੇ ਸੇਵਕ ਲਾਗੇ ਕਹਿੰਦੇ ਮਹਾਰਾਜ ਸਾਰੇ ਹੀ ਰਾਜੀ ਖੁਸ਼ੀ ਨੇ। ਮਾਤਾ ਦਮੋਦਰੀ ਜੀ, ਮਾਤਾ ਨਾਨਕੀ ਜੀ, ਆਪ ਜੀ ਦੇ ਮਾਤਾ ਜੀ, ਮਾਤਾ ਗੰਗਾ ਜੀ, ਸਾਰੇ ਹੀ ਠੀਕ ਹਨ। ਦਿਨ ਸੰਮਤ ਸਮ ਬੀਤਤ ਰਹਿਓ। ਹਾਂ। ਲੱਗੀ ਉਡੀਕ ਦਰਸ ਅਬ ਲਹਿਓ। ਆਖੋ ਵਾਹਿਗੁਰੂ ਵਾਹਿਗੁਰੂ। ਸਿੱਖ ਕਹਿੰਦੇ ਮਹਾਰਾਜ ਸਾਡੇ ਲਈ ਤੇ ਇੱਕ ਇੱਕ ਦਿਨ ਇੱਕ ਇੱਕ ਸਾਲ ਦੀ ਤਰ੍ਹਾਂ ਲੰਘਿਆ ਜੇ। ਤੁਹਾਡੇ ਦਰਸ਼ਨਾਂ ਦੀ ਉਡੀਕ ਮਨ 'ਚ ਲੱਗੀ ਹੋਈ ਹੈਗੀ ਜੀ। ਹਾਂਜੀ। ਸਨੇ ਸਨੇ ਗਮਨੇ ਦਿਸ਼ ਗ੍ਰਾਮੂ। ਬੋਲਤ ਬਾਤ ਕਰਤ ਅਭਿਰਾਮੂ। ਹੌਲੀ ਹੌਲੀ ਮਹਾਰਾਜ ਸਾਰੇ ਪਿੰਡ ਵਾਲਿਆਂ ਨਾਲ ਗੱਲਾਂ ਕਰਦੇ ਤੇ ਫਿਰ ਸਾਈਂ ਦਾਸ ਜੀ ਨੇ ਸਿਰ ਚੁੱਕਿਆ ਜੀ। ਹਾਂਜੀ। ਸਾਈਂ ਦਾਸ ਜੀ ਨੇ ਸਿਰ ਚੁੱਕਿਆ ਜੀ। ਬੈਰਾਗ ਨਾਲ ਭਰੇ ਪਏ ਕਹਿੰਦੇ ਮਹਾਰਾਜ ਇੱਕ ਇੱਕ ਦਿਨ ਇੱਕ ਇੱਕ ਸਾਲ ਦੀ ਤਰ੍ਹਾਂ ਲੰਘਿਆ ਜੇ ਤੁਹਾਡੇ ਤੋਂ ਬਗੈਰ। ਬੜੇ ਚਿਰ ਦੇ ਉਡੀਕ ਰਹੇ ਸਾਂ। ਹਾਂਜੀ। ਤੇ ਮਹਾਰਾਜ ਸੱਚੇ ਪਾਤਸ਼ਾਹ ਫਿਰ ਸਾਈਂ ਦਾਸ ਜੀ ਨੂੰ ਕਹਿਣ ਲੱਗੇ ਸਾਈਂ ਦਾਸ ਸਦਾ ਰਿਦ ਮੇਰੇ। ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸਾਧ ਸੰਗਤ ਜੀ ਗੁਰਸਿੱਖਾਂ ਦੇ ਮਨਾਂ 'ਚ ਸਤਿਗੁਰੂ ਜੀ ਰਹਿੰਦੇ ਆ ਜੀ। ਪਿਆਰ ਵਾਲਿਆਂ ਦੇ ਮਨਾਂ 'ਚ ਗੁਰੂ ਜੀ ਰਹਿੰਦੇ, ਕੋਈ ਸ਼ੱਕ ਨਹੀਂ। ਪਰ ਗੁਰੂ ਜੀ ਦੇ ਮਨ ਵਿੱਚ ਵੀ ਪਿਆਰ ਵਾਲੇ ਰਹਿੰਦੇ ਨੇ ਜੀ। ਮਹਾਰਾਜ ਕਹਿੰਦੇ ਸਾਈਂ ਦਾਸ ਜੀ ਤੁਸੀਂ ਸਦਾ ਸਾਡੇ ਇੱਥੇ ਹੈਗੇ ਜੇ। ਕਹਿਣ ਲੱਗੇ ਸਾਡੇ ਦਿਲ 'ਚ ਹੈਗੇ ਹੋ ਤੁਸੀਂ। ਆਖੋ ਸਾਰੇ ਧੰਨ ਬਾਬਾ ਸਾਈਂ ਦਾਸ ਜੀ। ਧੰਨ ਬਾਬਾ ਸਾਈਂ ਦਾਸ। ਕਿੱਡਾ ਵੱਡਾ ਵੇਖੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਮਾਣ ਬਖਸ਼ਿਸ਼ ਕੀਤਾ ਜੀ। ਮਹਾਰਾਜ ਕਹਿੰਦੇ ਤੁਸੀਂ ਸਾਡੇ ਦਿਲ 'ਚ ਰਹਿੰਦੇ ਜੇ। ਬਸਤ ਰਹਿਓ ਤੁਵ ਪ੍ਰੇਮ ਵਡੇਰੇ। ਤੁਹਾਡਾ ਪ੍ਰੇਮ ਵੱਡਾ ਪ੍ਰੇਮ ਜਿਹੜਾ ਉਹ ਸਾਡੇ ਮਨ 'ਚ ਪੱਕਾ ਹੀ ਬੈਠਾ ਹੋਇਆ। ਮਹਾਰਾਜ ਕਹਿਣ ਲੱਗੇ ਹਾਂਜੀ। ਸਿਮਰਤ ਕਰਤ ਚਾਹਤ ਇਤ ਆਵਨ। ਤੇ ਉਹ ਜੂ ਕਹਿੰਦੇ ਮਹਾਰਾਜ ਇੱਕ ਇੱਕ ਦਿਨ ਸਾਲ ਵਾਂਗੂ ਲੰਘਾ। ਮਹਾਰਾਜ ਕਹਿੰਦੇ ਅਸੀਂ ਵੀ ਬੜਾ ਜੀ, ਸਾਡਾ ਵੀ ਜੀ ਕਰਦਾ ਸੀ ਤੁਹਾਡੇ ਕੋਲ ਆਉਣ ਦਾ। ਹਾਂਜੀ। ਹਿਤ ਕਾਰਜ ਬਿਲਮੇ ਸਭ ਥਾਵਨ। ਬਸ ਕਾਰਜ ਕਰਨ ਵਾਸਤੇ ਮਹਾਰਾਜ ਕਹਿਣ ਲੱਗੇ ਉਧਰ ਗਏ ਸਾਂ। ਭਏ ਸਿੱਧ ਨਹਿ ਦੇਰ ਲਗਾਏ। ਉਹ ਕਾਰਜ ਜਦੋਂ ਸਿੱਧ ਹੋ ਗਿਆ ਤੇ ਮਹਾਰਾਜ ਕਹਿੰਦੇ ਫਿਰ ਅਸੀਂ ਆ ਗਏ ਆ। ਸ਼ੀਗਰ ਕਰਤ ਤੇਰੀ ਦਿਸ਼ ਆਏ। ਸਾਈਂ ਦਾਸ ਜੀ ਬੜੀ ਕਾਹਲੀ ਕਰ ਕਰਕੇ ਤੁਹਾਡੇ ਕੋਲ ਆਏ ਆ। ਕਹਿਣ ਲੱਗੇ ਕਾਹਲੀ ਦੇ ਨਾਲ ਆਏ ਆ। ਹਾਂਜੀ। ਮਗ ਮਹਿ ਸਿੱਖ ਸੰਗਤ ਸਭ ਥਾਈ। ਰਸਤੇ 'ਚ ਮਹਾਰਾਜ ਕਹਿੰਦੇ ਬੜੀਆਂ ਸੰਗਤਾਂ ਖਲੋਤੀਆਂ ਸੀਗੀਆਂ ਜਦੋਂ ਨਾਨਕ ਮੱਤੇ ਤੋਂ ਤੁਹਾਡੇ ਵੱਲ ਆ ਰਹੇ ਸਾਂ। ਕਰ ਕਰ ਬਿਨਤੀ ਲਿਏ ਟਿਕਾਈ। ਬੇਨਤੀਆਂ ਕਰਕੇ ਸੰਗਤਾਂ ਰੋਕ ਲੈਂਦੀਆਂ ਸੀ ਸਾਨੂੰ। ਹਾਂਜੀ। ਸਭ ਹਿਨ ਮਨੋ ਕਾਮਨਾ ਪੂਰ। ਸਾਰਿਆਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਕੀਤੀਆਂ। ਮਹਾਰਾਜ ਕਹਿਣ ਲੱਗੇ ਆਏ ਸ਼ੀਘਰ ਲਖੋ ਮਗ ਦੂਰ। ਤੇ ਬੜਾ ਦੂਰ ਦਾ ਰਸਤਾ ਸੀ ਸਾਈਂ ਦਾਸ, ਤੁਹਾਡੇ ਪਿਆਰ ਕਰਕੇ ਛੇਤੀ ਤੈਅ ਕਰਕੇ ਆਏ ਆ। ਕਹਿਣ ਲੱਗੇ ਹਾਂਜੀ। ਤੁਹਾਡੇ ਪਿਆਰ ਕਰਕੇ ਛੇਤੀ ਰਾਹ ਸਾਰਾ ਤੈਅ ਕਰਕੇ ਆਏ। ਰਾਹ ਬੜੀ ਦੂਰ ਦਾ ਹੈਗਾ। ਉਸ ਜ਼ਮਾਨੇ 'ਚ ਸੜਕਾਂ ਕਿੱਥੋਂ ਹੁੰਦੀਆਂ ਹੈਗੀਆਂ ਜੀ? ਕੱਚੇ ਰਾਹ ਹੋਣੇ, ਸਮਾਂ ਬੜਾ ਲੱਗਦਾ ਹੁੰਦਾ ਹੈਗਾ ਜੀ। ਇਮ ਬੋਲਤ ਬਹਿਸਤ ਗੁਰਨਾਥ। ਇਸ ਤਰੀਕੇ ਨਾਲ ਮਹਾਰਾਜ ਜੀ ਮੁਸਕਰਾ ਕੇ ਬਚਨ ਕਰ ਰਹੇ ਨੇ। ਸਾਈਂ ਦਾਸ ਲੀਏ ਨਿਜ ਸਾਥ। ਤੇ ਸਾਈਂ ਦਾਸ ਜੀ ਆਪਣੇ ਨਾਲ ਗੁਰੂ ਜੀ ਨੂੰ ਲੈ ਕੇ ਗ੍ਰਾਮ ਡਰੌਲੀ ਭਏ ਪ੍ਰਵੇਸ਼। ਤੇ ਘੋੜੇ ਤੇ ਬਿਠਾਇਆ ਤੇ ਆਪ ਬਾਗਾਂ ਫੜੀਆਂ ਜੀ। ਫਿਰ ਜੀ ਤੇ ਫਿਰ ਸ਼ਬਦ ਪੜ੍ਹਦੇ ਆ ਰਹੇ ਨੇ ਜੀ। ਸੰਗਤਾਂ ਮਗਰ ਨੇ ਤੇ ਫੁੱਲਾਂ ਦੀ ਵਰਖਾ ਕਰ ਰਹੇ ਤੇ ਮਹਾਰਾਜ ਘੋੜੇ ਤੇ ਬੈਠੇ ਐ ਸ਼ਬਦ ਪੜ੍ਹਦੇ ਆ ਰਹੇ। ਧੰਨ ਧੰਨ ਹਮਾਰੇ ਭਾਗ ਘਰ ਆਇਆ ਪੇਰ ਮੇਰਾ। ਬਸ ਤੁਸੀਂ ਵੀ ਉਹਨਾਂ ਸੰਗਤਾਂ 'ਚ ਸ਼ਾਮਲ ਹੋ ਜਾਈਏ ਆਪਾਂ ਸਾਰੇ ਤੇ ਸਮਝੋ ਵੀ ਮਹਾਰਾਜ ਜਾ ਰਹੇ ਤੇ ਅਸੀਂ ਨਾਲ ਨਾਲ ਹੀ ਹੈਗੇ ਆ ਜੀ।
ਤਨ ਧਨ ਹਮਾਰੇ ਭਾਗ ਘਰ ਆਇਆ ਪੇਰ ਮੇਰਾ। ਗਏ ਪ੍ਰਥਮ ਗ੍ਰਾਮ ਡਰੌਲੀ ਭਏ ਪ੍ਰਵੇਸ਼। ਤੇ ਸੱਚੇ ਪਾਤਸ਼ਾਹ ਜੀ ਘੋੜੇ ਤੇ ਸੱਜ ਕੇ ਆ ਰਹੇ ਤੇ ਡਰੌਲੀ ਪਿੰਡ ਵਿੱਚ ਆਏ ਜੀ। ਫਿਰ ਮਹਾਰਾਜ ਜੀ ਪਿੰਡ ਦੀਆਂ ਛੋਟੀਆਂ ਛੋਟੀਆਂ ਗਲੀਆਂ ਹੁੰਦੀਆਂ ਜੀ, ਮਹਾਰਾਜ ਉੱਥੇ ਆਏ ਮਿਲੇ ਤਹ ਲੋਕ ਅਸ਼ੇਸ਼। ਉਸ ਪਿੰਡ ਦੇ ਲੋਕਾਂ ਨੂੰ ਚਾਅ ਚੜਿਆ ਪਿਆ ਸੀ ਵੀ ਸਾਡੇ ਪਿੰਡ 'ਚ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਉਣਾ ਹੈ ਜੀ। ਹਾਂਜੀ, ਜਥਾ ਜੋਗ ਮਿਲ ਬੋਲਨ ਕਰਕੇ। ਸਾਰਿਆਂ ਨੂੰ ਮਹਾਰਾਜ ਮਿਲੇ, ਸਭਨਾਂ ਨਾਲ ਬਚਨ ਕੀਤੇ। ਹਾਏ ਟਿਕਾਏ ਦਰ ਤਰੇ ਉਤਰ ਕੇ। ਤੇ ਫਿਰ ਘੋੜੇ ਨੂੰ ਰੋਕ ਕੇ ਤੇ ਦਰਵਾਜ਼ੇ ਦੇ ਅੱਗੇ ਮਹਾਰਾਜ ਉਤਰੇ ਜੀ। ਫਿਰ ਜੀ ਹਾਂਜੀ, ਉਸ ਦਰਵਾਜ਼ੇ ਦੇ ਭਾਵ ਉਸ ਘਰ ਦੇ ਤੁਸੀਂ ਦਰਸ਼ਨ ਕੀਤੇ ਸੰਗਤ ਜੀ ਬਹੁਤਿਆਂ ਨੇ। ਹਾਂਜੀ, ਗਏ ਪ੍ਰਥਮ ਗੰਗਾ ਕੇ ਪਾਸੀ। ਤੇ ਵੇਖ ਲਓ ਮਰਿਆਦਾ ਪੁਰਸ਼ੋਤਮ ਮਹਾਰਾਜ ਜੀ ਸਭ ਤੋਂ ਪਹਿਲਾਂ ਆਪਣੇ ਮਾਤਾ ਜੀ ਦੇ ਕੋਲ ਗਏ ਜੀ। ਧੰਨ ਧੰਨ ਮਾਤਾ ਜੀ, ਮਾਤਾ ਗੰਗਾ ਜੀ। ਧੰਨ ਧੰਨ ਮਾਤਾ ਗੰਗਾ। ਹਾਂਜੀ, ਤਨੁਜ ਬਿਲੋਕਨ ਕੀ ਵੱਡ ਪਿਆਸੀ। ਮਾਤਾ ਜੀ ਨੂੰ ਵੀ ਮਹਾਰਾਜ ਜੀ ਦੇ ਦਰਸ਼ਨਾਂ ਦੀ ਬੜੀ ਪਿਆਸ ਲੱਗੀ ਸੀਗੀ ਜੀ। ਹਾਂਜੀ, ਸੁਨ ਆਗਮਨ ਆਨੰਦਤ ਹੋਈ। ਮਾਤਾ ਜੀ ਮਹਾਰਾਜ ਜੀ ਦੇ ਆਗਮਨ ਸੁਣ ਕੇ ਬਹੁਤੇ ਆਨੰਦ ਚ ਹੋਏ। ਪ੍ਰਿਯ ਪੁੱਤਰ ਤਰਾ ਥਿਰ ਦਵਾਰ ਅਲੋਈ। ਪ੍ਰਿਯ ਪੁੱਤਰਾਂ ਥਿਰ ਦਵਾਰ ਅਲੋਈ, ਦਰਵਾਜ਼ੇ 'ਚ ਹੀ ਖਲੋਤੇ ਆ ਤੇ ਮਹਾਰਾਜ ਫਿਰ ਮਾਤਾ ਜੀ ਨੂੰ ਮਿਲਣ ਵਾਸਤੇ ਆਏ ਹਨ। ਆਗੇ ਗਏ ਦੌਰ ਬਹੁ ਪਾਸ। ਜਿਨ ਗੁਰ ਦੇਖਿਓ ਧਰੇ ਹੁਲਾਸ। ਤੇ ਅੱਗੇ ਦੌੜ ਕੇ ਸਿੱਖ ਉਸ ਪਾਸੇ ਪਹੁੰਚ ਰਹੇ ਜੀ ਸਾਰੇ, ਜਿਨ੍ਹਾਂ ਦੇ ਮਨ 'ਚ ਬੜਾ ਹੀ ਚਾਅ ਮਹਾਰਾਜ ਜੀ ਦੇ ਦਰਸ਼ਨਾਂ ਦਾ ਜੀ। ਹਾਂਜੀ, ਮਾਤਾ ਜੀ ਆਏ ਗੁਰਪੂਰੇ। ਮਾਤਾ ਜੀ ਮਹਾਰਾਜ ਆ ਗਏ ਨੇ, ਸੱਚੇ ਪਾਤਸ਼ਾਹ ਤੁਹਾਡੇ ਵੱਲ ਹੀ ਆ ਰਹੇ ਹਨ। ਸਭ ਹਿਨ ਕੀਨਸ ਦਰਸ਼ਨ ਰੂਰੇ। ਸਾਰਿਆਂ ਨੇ ਅਸੀਂ ਦਰਸ਼ਨ ਕੀਤੇ ਮਹਾਰਾਜ ਜੀ ਦੇ। ਹਾਂਜੀ, ਇਤਨੇ ਮਹਿ ਸ਼੍ਰੀ ਹਰਗੋਬਿੰਦ। ਇਹਨੇ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਪਰੇ ਮਾਤ ਕੇ ਪਦ ਅਰਬਿੰਦ। ਆਪਣੇ ਮਾਤਾ ਜੀ ਨੂੰ ਮੱਥਾ ਟੇਕਿਆ ਮਹਾਰਾਜ ਨੇ ਜੀ। ਵੇਖ ਲਓ ਮਰਿਆਦਾ ਜੀ, ਥੋੜੀ ਜਿਹੀ ਇੱਜ਼ਤ ਮਿਲ ਜੇ ਬੰਦਾ ਮਾਂ ਪਿਓ ਨੂੰ ਭੁੱਲਦਾ ਜੀ। ਆਪਣੇ ਮਾਤਾ ਜੀ ਨੂੰ ਮੱਥਾ ਟੇਕਿਆ ਸੱਚੇ ਪਾਤਸ਼ਾਹ ਜੀ ਨੇ ਜੀ। ਹਾਂਜੀ, ਪੇਖ ਸਪੂਤ ਕੋ ਅੰਕ ਲਗਾਇਵ। ਮਾਤਾ ਜੀ ਨੇ ਵੀ ਫਿਰ ਬੜੇ ਪ੍ਰੇਮ ਨਾਲ ਗਲੇ ਲਾਇਆ। ਔਰ ਆਨੰਦ ਦ੍ਰਿਗ ਜਲ ਭਰ ਆਇਵ। ਤੇ ਮਾਤਾ ਜੀ ਫਿਰ ਆਨੰਦ ਵਿੱਚ ਹੋ ਗਏ ਤੇ ਨੇਤਰਾਂ ਚੋਂ ਹੰਝੂ ਚੋਣ ਲੱਗ ਪਏ। ਮਸਤਕ ਸੁੰਗਤ ਬਰਮੁਖ ਹੇਰਤ। ਰਜ ਝਾਰਤ ਅੰਚਰ ਕੋ ਪ੍ਰੇਰਤ। ਮਸਤਕ ਸੁੰਘਦੇ ਆ, ਮੁਖ ਦੇ ਦਰਸ਼ਨ ਕਰਦੇ ਆ। ਤੇ ਕਿਉਂਕਿ ਬੜਾ ਤੇਜ਼ ਘੋੜਾ ਭਜਾ ਕੇ ਹੀ ਆਏ ਸੀ ਨਾ ਮਹਾਰਾਜ ਜੀ, ਧੂੜ ਬੜੀ ਉੱਡੀ ਤੇ ਬਸਤਰਾਂ ਤੇ ਧੂੜ ਪਈ ਸੀ, ਮੁਖ ਮੰਡਲ ਤੇ ਧੂੜ ਪਈ ਸੀ। ਸਾਧ ਸੰਗਤ ਜੀ ਮਾਤਾ ਜੀ ਉਹਨੂੰ ਪੂਜਦੇ ਹਨ ਜੀ। ਅੱਗੋਂ ਫਿਰ ਪ੍ਰਸੰਗ ਕੱਲ ਨੂੰ ਸਰਵਣ ਕਰਾਂਗੇ। ਸੱਚੇ ਪਾਤਸ਼ਾਹ ਬੜੇ ਹੀ ਵੱਡੇ ਨੇ ਜੀ। ਗੁਰੂ ਜੀ ਦੀ ਕਥਾ ਬੰਦੇ ਨੂੰ ਉਸ ਆਨੰਦ ਵਿੱਚ ਲੈ ਜਾਂਦੀ ਜਿਸ ਆਨੰਦ ਵਿੱਚ ਜਾ ਕੇ ਮੁੜ ਬੰਦਾ ਵਾਪਸ ਨਹੀਂ ਆਉਣਾ ਚਾਹੁੰਦਾ ਜੀ। ਸੱਚੇ ਪਾਤਸ਼ਾਹ ਜੀ ਮਿਹਰ ਕਰਨ, ਕਿਰਪਾ ਕਰਨ, ਬਖਸ਼ਿਸ਼ ਕਰਨ, ਦਇਆ ਕਰਨ ਸਾਡੇ ਸਾਰਿਆਂ ਤੇ। ਸਾਨੂੰ ਉਹ ਆਨੰਦ ਸਦਾ ਵਾਸਤੇ ਹੀ ਬਖਸ਼ਣ ਜੀ। ਆਓ 2-4 ਮਿੰਟ ਗੁਰਮੰਤਰ ਦਾ ਜਾਪ ਕਰਕੇ ਫਿਰ ਅਸੀਂ ਖਿਮਾ ਮੰਗਾਂਗੇ। ਪਿਆਰ ਨਾਲ ਗੱਜ ਕੇ ਕਹੋ ਜੀ ਵਾਹਿਗੁਰੂ 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 ਗੁਰੂ ਜੀ ਮਿਹਰ ਕਰਨ। ਅੱਗੋਂ ਕਥਾ ਮਹਾਰਾਜ ਮਾਤਾ ਜੀ ਨੂੰ ਮਿਲ ਕੇ ਸਾਈਂ ਦਾਸ ਜੀ ਨੂੰ ਭਾਗ ਲਾਉਣੇ ਆ।
ਇੱਥੇ ਕਈ ਦਿਨ ਮਹਾਰਾਜ ਜੀ ਨੇ ਰਹਿਣਾ ਹੈ। ਇਹ ਪ੍ਰਸੰਗ ਆਪਾਂ ਅਗਲੇ ਦਿਨਾਂ ਵਿੱਚ ਸਰਵਣ ਕਰਾਂਗੇ, ਕੱਲ ਨੂੰ ਸਰਵਣ ਕਰਾਂਗੇ। ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਿਸ਼ ਕਰਨੀ। ਸਾਰੀ ਸੰਗਤ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।